ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹ ਦੋਵਾਂ ਮਹਿਮਾਨਾਂ ਦੀ ਜਿਹੜੀ ਉਮਰ ਹੈ ਦੋਨਾਂ ਦੀ ਉਹ 94 ਸਾਲ ਹੈ। ਪਹਿਲੀ ਤਾਂ ਮੈਂ ਲੋਕਾਂ ਨੂੰ ਗੱਲ ਇਹੀ ਦੱਸਦਾ ਸਾਰਿਆਂ ਨੂੰ, ਕਿਉਂਕਿ ਮੈਂ ਸੋਸ਼ਲ ਵਰਕ ਕਰ ਰਿਹਾ, ਇਹ ਵੀ ਇਹਨਾਂ ਦੀ ਫੈਮਿਲੀ ਵੀ ਬਹੁਤ ਪ੍ਰੋਗਰੈਸਿਵ ਫੈਮਿਲੀ ਸੀ ਜੀ। ਔਰ ਲੋਕਾਂ ਨੂੰ ਵੀ ਅਸੀਂ ਇਹ ਕਹਿੰਦੇ ਸੀ ਵੀ ਸਰਕਾਰਾਂ ਤਾਂ ਸਾਨੂੰ ਜਿਉਣ ਨਹੀਂ ਦਿੰਦੀਆਂ, ਤੁਸੀਂ ਸਾਨੂੰ ਮਰਨ ਨਹੀਂ ਦਿੰਦੇ। ਉਸ ਦੇ ਨਾਲ ਹੀ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਮਿਸਾਲ ਕਾਇਮ ਕਰ ਦਿੱਤੀ ਹੈ ਇੱਕ ਟਰਾਂਸਜੈਂਡਰ ਕਪਲ ਨੂੰ ਉਹਨਾਂ ਨੇ ਅਡਾਪਟ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਪਾ ਕੇ ਕੀ ਮਹਿਸੂਸ ਕਰ ਰਹੇ? ਜ਼ਿੰਦਗੀ ਵਿੱਚ ਬਹੁਤ ਸਾਰੇ ਮੋੜ ਇੱਦਾਂ ਦੇ ਆਏ ਜਿਹਦੇ ਵਿੱਚ ਆਤਮ ਹੱਤਿਆ ਕਰਨ ਦਾ ਵੀ ਆਏ ਮੌਕੇ, ਰੇਪ ਹੋਏ, ਬਹੁਤ ਸਾਰੀ ਦਰ ਦੀ ਠੋਕਰਾਂ ਖਾਣੀ ਪਈਆਂ। ਐਂਡ ਜਦੋਂ ਇਹ ਸਾਰੀ ਚੀਜ਼ਾਂ ਹੁੰਦੀ ਰਹੀਆਂ, ਐਂਡ ਜਦੋਂ ਇੱਕ ਮੌਕਾ ਆਇਆ ਜਦੋਂ ਮੈਂ ਸੁਸਾਈਡ ਕਰਨ ਦਾ ਸੋਚਿਆ ਸੀਗਾ ਔਰ ਮੈਂ ਕਰਨ ਦੀ ਕੋਸ਼ਿਸ਼ ਵੀ ਕੀਤੀ। ਐਂਡ 7 ਸਾਲ ਦੀ ਉਮਰ 'ਚ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਮੈਂ ਲੜਕੀ ਹਾਂ, ਅਤੇ ਉਹਨਾਂ ਨੇ ਫਿਰ ਡੈਡੀ ਨਾਲ ਗੱਲ ਕੀਤੀ। ਡੈਡੀ ਨੇ ਜਿਹੜੇ ਤਾਂਤਰਿਕ ਹੁੰਦੇ ਨਾ ਉਹਨਾਂ ਨਾਲ ਗੱਲ ਕੀਤੀ। ਤਾਂਤਰਿਕ ਕਹਿੰਦਾ ਇਹਦੇ ਅੰਦਰ ਚੁੜੈਲ ਆ ਗਈ ਹੈ, ਅਤੇ ਚੁੜੈਲ ਆ ਕੇ ਮੇਰੇ ਉੱਪਰ ਝਾੜ ਫੂਕ ਕੀਤੀ, ਮੰਤਰ ਫੂਕੇ ਗਏ ਰਾਤ ਨੂੰ 11-12 ਵਜੇ। ਐਂਡ ਬਾਅਦ 'ਚ ਜਦੋਂ ਮੈਂ ਨਹੀਂ ਮੰਨੀ ਤਾਂ ਉਹਨਾਂ ਨੇ ਮੇਰੇ ਗਰਮ ਚਿਮਟੇ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿਆ। ਮੇਰੇ ਸਰੀਰ 'ਚ ਹਜੇ ਵੀ ਦਾਗ ਹੈਗੇ। ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਇੰਟੈਲੈਕਚੁਅਲ ਡਿਸੇਬਲਡ ਬੱਚੇ ਹੋ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਗੱਲੋਂ ਡਿਸੇਬਲਡ ਹੁੰਦੇ ਆ। ਪਾਲਦੇ ਆ ਜਿਹੜੇ ਡਿਫੈਕਟਿਵ ਬੱਚੇ ਹੁੰਦੇ ਨੇ ਤਾਂ ਉਹਨਾਂ ਨੂੰ ਸਾਰਾ ਉਮਰ ਪਾਲਦੇ ਆ, ਲੇਕਿਨ ਇਹਨਾਂ ਨੂੰ ਕਿਉਂ ਨਹੀਂ? ਇਸ ਕਰਕੇ ਮੈਨੂੰ ਮੇਰੇ ਸਾਹਮਣੇ ਕਿਸੇ ਇੱਕ ਬੰਦੇ ਨੇ ਮੈਨੂੰ ਪੁੱਛਿਆ, ਉਹ ਡਰਦੇ ਨੇ, ਕਹਿੰਦਾ ਚਹਿਲ ਸਾਹਿਬ ਇੱਕ ਮੈਂ ਗੱਲ ਪੁੱਛਾਂ। ਮੈਂ ਹਾਂ ਦੱਸੋ। ਉਹ ਆਪਣੇ ਮੈਂ ਕਿਹਾ ਉਹ ਜਿਹੜੀ ਕਿੰਨਰ ਹੈ, ਮੈਂ ਕਿਹਾ ਉਹ ਕਿੰਨਰ ਨਹੀਂ ਹੈ, ਹੈਗੀ ਉਹ ਕਿੰਨਰ, ਪਰ ਮੇਰੀ ਬੇਟੀ ਆ, ਛੋਟੀ ਹੁੰਦੀ ਸਾਤੋਂ ਜੁਦਾ ਹੋ ਗਈ ਸੀ, ਹੁਣ ਸਾਨੂੰ ਲੱਭੀ ਹੈ, ਹੁਣ ਸਾਡੇ ਘਰ ਆ ਗਈ। ਕਿਨਰਸ ਨੂੰ ਜਿੱਥੇ ਜਾਂ ਫਿਰ ਟਰਾਂਸਜੈਂਡਰਸ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਤਾਂ ਉਹਨਾਂ ਦੇ ਲਈ ਕੁਝ ਜਿਵੇਂ ਫੈਸਿਲਿਟੀਜ਼ ਨੇ ਉਹ ਵੀ ਨਹੀਂ ਹੈ। ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਇਸ ਚੀਜ਼ ਦੇ ਵੱਲ ਕਿ ਇਹ ਪੜ੍ਹ ਵੀ ਸਕਦੇ ਨੇ, ਸਮਾਜ ਦਾ ਬਰਾਬਰ ਹਿੱਸਾ ਬਣ ਸਕਦੇ ਨੇ। ਸੋ ਇਸ ਦੇ ਲਈ ਵੀ ਤੁਸੀਂ ਕੁਝ ਅੱਗੇ ਪਲਾਨ ਕੀਤਾ ਹੈ? ਤਾਂ ਕਾਰਨ ਮੈਂ ਸਰਕਾਰ ਸਮਝਦਾ ਹੀ ਨਹੀਂ। ਇਹਨਾਂ ਦਾ ਲੋਕਾਂ ਪ੍ਰਤੀ ਤਾਂ ਕੋਈ ਸੋਚ ਹੈ ਹੀ ਨਹੀਂ। ਇਹ ਤਾਂ ਸੱਤਾ 'ਚ ਰਹਿਣਾ ਚਾਹੁੰਦੇ ਨੇ, ਦਿਸ ਵੇ ਔਰ ਦੈਟ ਵੇ। ਜਿਵੇਂ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੀ ਲਵ ਮੈਰਿਜ ਹੈ। ਅਸੀਂ ਤਾਂ ਸਕੂਲ 'ਚ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਮੈਂ ਵੀ ਇਹ ਵੀ, ਉੱਥੇ ਮਿਲੇ ਇੱਕ ਦੂਜੇ ਨੂੰ। ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਅੱਜ ਮੈਂ ਤੁਹਾਨੂੰ ਕਿਸੇ ਨਾਲ ਮਿਲਾਨ ਚੱਲਿਆ। ਇੱਕ ਨਹੀਂ, ਮੇਰੇ ਨਾਲ ਦੋ ਮਹਿਮਾਨ ਨੇ ਔਰ ਦੋਨੋਂ ਮਹਿਮਾਨ ਮਿਸਾਲ ਬਣ ਚੁੱਕੇ ਨੇ ਅੱਜ ਦੇ ਸਮਾਜ ਦੇ ਵਿੱਚ। ਉਸ ਸਮਾਜ ਦੇ ਵਿੱਚ ਜਿੱਥੇ ਅਸੀਂ ਕਹਿਣ ਨੂੰ ਆਧੁਨਿਕ ਤੌਰ ਦੇ ਉੱਤੇ ਬਹੁਤ ਤਰੱਕੀ ਕਰ ਲਈ ਹੈ, ਪਰ ਕਿਤੇ ਨਾ ਕਿਤੇ ਸਾਡੀਆਂ ਸੋਚਾਂ ਜਿਹੜੀਆਂ ਨੇ ਉਹ ਬਹੁਤ ਪਿੱਛੇ ਫਸੀਆਂ ਹੋਈਆਂ ਨੇ। ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹ ਦੋਵਾਂ ਮਹਿਮਾਨਾਂ ਦੀ ਜਿਹੜੀ ਉਮਰ ਹੈ ਦੋਨਾਂ ਦੀ ਉਹ 94 ਸਾਲ ਹੈ ਔਰ 94 ਸਾਲ ਦੇ ਹੋਣ ਦੇ ਬਾਵਜੂਦ ਅੱਜ ਦੇ ਆਧੁਨਿਕ ਯੁੱਗ ਨਾਲੋਂ ਕਿਤੇ ਜ਼ਿਆਦਾ ਅੱਗੇ ਦੀ ਉਹ ਸੋਚ ਰੱਖਦੇ ਨੇ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਬਜ਼ੁਰਗ ਨੇ, ਕਿਉਂਕਿ ਦੋਨੋਂ ਬਹੁਤ ਵਧੀਆ ਤੰਦਰੁਸਤ ਨੇ। ਰੱਬ ਉਹਨਾਂ ਨੂੰ ਹੋਰ ਚੰਗੀ ਉਮਰ ਬਖਸ਼ੇ। ਉਸ ਦੇ ਨਾਲ ਹੀ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਮਿਸਾਲ ਕਾਇਮ ਕਰ ਦਿੱਤੀ ਹੈ ਇੱਕ ਟਰਾਂਸਜੈਂਡਰ ਕਪਲ ਨੂੰ ਉਹਨਾਂ ਨੇ ਅਡਾਪਟ ਕੀਤਾ। ਸੋ ਇਹ ਤੁਹਾਨੂੰ ਆਮ ਤੌਰ ਦੇ ਉੱਤੇ ਗੱਲ ਸੁਣਨ ਨੂੰ ਨਹੀਂ ਮਿਲਦੀ ਹੋਏਗੀ, ਜਿੱਥੇ ਦੁਨੀਆ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਮਸ਼ਹੂਰ ਨੇ ਕਿ ਟਰਾਂਸਜੈਂਡਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਘਰ ਦੇ ਵਿੱਚ ਨਹੀਂ ਰੱਖੀਦਾ ਜਾਂ ਕੁਛ, ਪਰ ਇਹ ਬਹੁਤ ਅਲੱਗ ਸੋਚਦੇ ਨੇ। ਇਹਨਾਂ ਦਾ ਕਹਿਣਾ ਹੈ ਕਿ ਉਹ ਵੀ ਸਾਡੇ ਸਮਾਜ ਦਾ ਹਿੱਸਾ ਨੇ, ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ। ਮੈਂ ਗੱਲ ਕਰ ਰਿਹਾ ਜੀ ਦਲਬਾਰਾ ਸਿੰਘ ਚਾਹਲ ਤੇ ਉਹਨਾਂ ਦੀ ਧਰਮ ਪਤਨੀ ਸ਼ਮਸ਼ੇਰ ਕੌਰ ਦੀ। ਸੋ ਮੇਰੇ ਨਾਲ ਨੇ ਇੱਥੇ। ਬਹੁਤ ਬਹੁਤ ਸਵਾਗਤ ਹੈ ਸਰ। ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਵੀ, ਤੁਹਾਡਾ ਵੀ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਬੇਟੇ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਅੱਜ ਦੇ ਸਮਾਜ ਦੇ ਵਿੱਚ, ਸੋ ਉਸ ਦੇ ਬਾਰੇ ਗੱਲਬਾਤ ਕਰਨੀ ਚਾਹਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਦੋਵਾਂ ਦੀ ਜਿਹੜੀ ਏਜ ਹੈਗੀ ਆ, ਉਸ ਚੀਜ਼ ਨੂੰ ਮੈਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਦੋਵਾਂ ਦੀ 94 ਸਾਲ ਉਮਰ। ਔਰ ਚਲੋ ਰੱਬ ਦੀ ਮਿਹਰ ਹੈ ਅਤੇ ਅਸੀਂ ਬੜਾ ਚੰਗਾ ਮਹਿਸੂਸ ਕਰ ਰਹੇ ਹਾਂ, ਬਲੈਸਡ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੇ ਨਾਲ ਗੱਲ ਕਰ ਰਹੇ ਹੋ। ਦੋਨੋਂ ਵਧੀਆ ਸਿਹਤਮੰਦ ਤੰਦਰੁਸਤ ਦਿਖਾਈ ਦੇ ਰਹੇ ਹੋ। ਪਹਿਲਾਂ ਤਾਂ ਇਸ ਤੰਦਰੁਸਤੀ ਦਾ ਸਰ ਰਾਜ਼ ਦੱਸੋ। ਸਰ ਤੁਹਾਡੇ ਤੋਂ ਸ਼ੁਰੂ ਕਰਾਂ। ਤੰਦਰੁਸਤ ਇਹ ਬੜੇ ਲੋਕ ਪੁੱਛਦੇ ਨੇ ਸਾਡੇ ਕੋਲੋਂ ਵੀ ਇੰਨੀ ਉਮਰ ਔਰ ਐਡੀ ਵਧੀਆ ਸਿਹਤ ਤੁਹਾਡੀ ਕਿਉਂ ਹੈ। ਪਹਿਲੀ ਤਾਂ ਮੈਂ ਲੋਕਾਂ ਨੂੰ ਗੱਲ ਇਹੀ ਦੱਸਦਾ ਸਾਰਿਆਂ ਨੂੰ, ਕਿਉਂਕਿ ਮੈਂ ਸੋਸ਼ਲ ਵਰਕ ਕਰ ਰਿਹਾ, ਇਹ ਵੀ ਇਹਨਾਂ ਦੀ ਫੈਮਿਲੀ ਵੀ ਬਹੁਤ ਪ੍ਰੋਗਰੈਸਿਵ ਫੈਮਿਲੀ ਸੀ। ਜੀ।
ਔਰ ਲੋਕਾਂ ਨੂੰ ਵੀ ਅਸੀਂ ਇਹ ਕਹਿੰਦੇ ਸੀ ਵੀ ਸਰਕਾਰਾਂ ਤਾਂ ਸਾਨੂੰ ਜਿਉਣ ਨਹੀਂ ਦਿੰਦੀਆਂ, ਤੁਸੀਂ ਸਾਨੂੰ ਮਰਨ ਨਹੀਂ ਦਿੰਦੇ। ਔਰ ਸਾਡੀ ਵਧੀਆ ਸਿਹਤ ਦਾ ਰਾਜ ਇੱਕ ਤਾਂ ਇਹ ਹੈ ਕਿ ਲੋਕਾਂ ਦੀ ਮਿਲਵਰਤਨ, ਲੋਕਾਂ ਦਾ ਪਿਆਰ, ਲੋਕਾਂ ਲਈ ਜਿਹੜੇ ਅਸੀਂ ਕੰਮ ਕਰਦੇ ਰਹੇ ਹਾਂ, ਸੋਸ਼ਲ ਵਰਕ ਕਰਦੇ ਰਹੇ ਹਾਂ, ਉਹਦਾ ਨਸ਼ਾ। ਔਰ ਦੂਜੀ ਗੱਲ, ਅਸਲੀ ਗੱਲ ਜਿਹੜੀ ਹੈ, ਕਈ ਲੋਕ ਗੁੱਸਾ ਵੀ ਕਰ ਜਾਂਦੇ ਨੇ, ਅਸਲੀ ਗੱਲ ਇਹ ਹੈ ਕਿ ਸਾਡੇ ਕੋਈ ਬੇਟਾ ਨਹੀਂ ਹੈ, 2 ਬੇਟੀਆਂ ਹੀ ਨੇ। ਇੱਕ ਬੇਟੀ, ਦੋਨੋਂ ਹੀ ਡਾਕਟਰ ਨੇ, ਇੱਕ ਕਿਤਾਬਾਂ ਦੀ ਡਾਕਟਰ ਹੈ, ਇੱਕ ਦਵਾਈਆਂ ਦੀ ਡਾਕਟਰ ਹੈ। ਕੀ ਬਾਤ ਹੈ। ਸੋ ਕਹਿਣ ਦਾ ਮਤਲਬ ਹੈ ਇਹ ਧੀਆਂ ਦਾ ਪ੍ਰਤਾਪ ਹੈਗਾ, ਜਿਹੜਾ ਇਦਾਂ ਵਧੀਆ ਜ਼ਿੰਦਗੀ। ਜੇ ਕੋਈ ਬੇਟਾ ਹੁੰਦਾ ਔਰ ਬੜੀਆਂ ਮਿਸਾਲਾਂ ਦੇਖਦੇ ਆ ਤਾਂ ਅੱਜ ਸਾਨੂੰ ਗੱਡੀ ਤਾਂ ਕੀ ਚਲਾਉਣ ਦੇਣਾ ਸੀ, ਉਹਨੇ ਬਾਹਰ ਨਹੀਂ ਸੀ ਜਾਣ ਦੇਣਾ ਕਿ ਮਰਨਾ, ਘਰ ਬੈਠੋ ਟਿਕ ਕੇ। ਜਿਵੇਂ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੀ ਲਵ ਮੈਰਿਜ ਹੈ, ਔਰ ਇੰਨੀ ਪੁਰਾਣੀ ਅਗਰ ਗੱਲ ਕਰੀਏ ਸੋ ਉਸ ਸਮੇਂ ਦੇ ਵਿੱਚ ਤੇ ਬੜੀਆਂ ਬੰਦਿਸ਼ਾਂ ਹੋਇਆ ਕਰਦੀਆਂ ਸੀ, ਪਰ ਕਿਸ ਤਰੀਕੇ ਦੇ ਨਾਲ ਇਹ ਸਬਬ ਸਤਿ ਸ੍ਰੀ ਅਕਾਲ ਬੁਲਾਉਣ ਨੂੰ 6 ਮਹੀਨੇ ਲੱਗ ਜਾਂਦੇ ਸੀ। ਸੋ ਇਹ ਵੀ ਇੱਕ ਅਲੱਗ ਕਹਾਣੀ ਹੈ, ਇੰਟਰਸਟਿੰਗ ਕਹਾਣੀ ਹੈ ਜਿਹੜੀ ਸੁਣਨ ਨੂੰ ਮਿਲੇਗੀ। ਮੈਮ ਤੁਸੀਂ ਵੀ ਹਾਂਜੀ, ਅਸੀਂ ਤਾਂ ਸਕੂਲ 'ਚ ਪੜ੍ਹਦੇ ਸੀ ਜੀ, ਪੜ੍ਹਾਉਂਦੇ ਸੀ, ਮੈਂ ਵੀ ਇਹ ਵੀ ਉੱਥੇ ਮਿਲੇ ਇੱਕ ਦੂਜੇ ਨੂੰ, ਉੱਥੋਂ ਹੀ। ਔਰ ਕੋਈ ਸਾਡੇ ਐਜੀਟੇਸ਼ਨ ਨਹੀਂ ਹੋਈ। ਮੇਰੇ ਫਾਦਰ ਬੜੇ ਪ੍ਰੋਗਰੈਸਿਵ ਸੀ, ਉਹਨਾਂ ਨੇ ਵੀ ਦੇਖਿਆ ਵੀ ਠੀਕ ਹੈ, ਚਲੋ ਫਿਰ ਸਾਡਾ ਇੱਕ ਜਗ੍ਹਾ ਕੰਮ ਕਰਨ ਨਾਲ ਇੱਕ ਦੂਜੇ ਨਾਲ ਨੇੜਤਾ ਹੋ ਗਈ। ਹਾਂਜੀ, ਤੇ ਬਸ ਦਿਨਾਂਜੇ ਚੌਹਾਨ ਨੂੰ ਔਰ ਉਹਨਾਂ ਦੇ ਨਾਲ ਰੁਦਰ ਪ੍ਰਤਾਪ ਨੂੰ, ਇਸ ਕਪਲ ਨੂੰ ਤੁਸੀਂ ਅਡਾਪਟ ਕੀਤਾ। ਸੋ ਜਦੋਂ ਇਹ ਵਿਚਾਰ ਬਣਿਆ ਸੀਗਾ, ਸੋ ਕਿਸ ਤਰੀਕੇ ਦੇ ਨਾਲ ਇਹ ਵਿਚਾਰ ਬਣਿਆ, ਜਾਂ ਫਿਰ ਤੁਸੀਂ ਕੀ ਇਸ ਦੇ ਲਈ ਧਾਰਨਾ ਰੱਖਦੇ ਹੋ ਜੋ ਕਿ ਤੁਸੀਂ ਇੱਕ ਮਿਸਾਲ ਕਾਇਮ ਕੀਤੀ? ਇਹ ਵਿਚਾਰ ਜਿਹੜਾ ਕੋਈ ਨਵਾਂ ਨਹੀਂ ਪੈਦਾ ਹੋਇਆ, ਬੜੀ ਦੇਰ ਤੋਂ ਮੈਂ ਇਹਨਾਂ ਨੂੰ ਕਿੰਨਰ ਜਿਹੜਾ ਸਮਾਜ ਹੈ ਇਹਨਾਂ ਵਾਸਤੇ ਬਹੁਤ ਲੋਕਾਂ ਨੂੰ ਸਮਝਾਉਂਦਾ ਰਿਹਾ, ਥਾਂ ਥਾਂ 'ਤੇ। ਇੱਥੇ ਵੀ ਜਦੋਂ ਵਧਾਈ ਕਰਨ ਆਉਂਦੇ ਸੀ ਕਿੰਨਰ, ਤਾਂ ਮੇਰੇ ਨਾਲ ਉਹਨਾਂ ਦੇ ਨਿੱਜੀ ਸੰਪਰਕ ਨੇ। ਇੱਥੇ ਮੇਰੇ ਕੋਲ ਬੈਠ ਕੇ ਔਲੇ ਲੱਗੇ ਹੋਏ ਨੇ, ਅੰਬ ਲੱਗਦੇ ਨੇ, ਮੈਂ ਸਾਰੇ ਉਹਨਾਂ ਨੂੰ ਲਿਫਾਫਿਆਂ 'ਚ ਪਾ ਕੇ ਦਿੰਦਾ ਸੀ। ਨਾਲ ਉਹਨਾਂ ਨੂੰ ਸਮਝਾਉਂਦਾ ਸੀ ਪਰਵਾਹ ਨਾ ਕਰੋ, ਆਪਾਂ ਜਿੱਤਾਂਗੇ, ਲੜਾਈ ਬੇਟੀ ਨੇ ਕੀਤਾ ਜੀ, ਬੇਟੀ ਜੋ ਸਮੀਰਾ ਹੈ ਉਹਦੇ ਸੰਪਰਕ 'ਚ ਇਹ ਸੀਗੇ, ਤੇ ਉਹਨੇ ਕਿਹਾ ਵੀ ਮੰਮੀ ਇਸ ਤਰ੍ਹਾਂ ਕਰਕੇ ਹੈ, ਤੇ ਦੇਖੋ ਤੁਸੀਂ ਇਹਨਾਂ ਨੂੰ ਆਪਣੇ ਨਾਲ ਰੱਖ ਲਓ। ਅਸੀਂ ਕਿਹਾ ਠੀਕ ਹੈ ਜੀ। ਇਹ ਬੇਟੀਆਂ ਵੀ ਸਾਡੀਆਂ ਜੀ ਉਤਸ਼ਾਹ ਦਿੰਦੀਆਂ ਹਰ ਗੱਲ 'ਚ। ਹਾਂ, ਉਹਨਾਂ ਦੇ ਅਸੀਂ ਵੀ ਮੰਨਦੇ ਆ ਉਹਨਾਂ ਦੀ ਗੱਲ, ਔਰ ਇਹਨਾਂ ਨੂੰ ਫਿਰ ਅਸੀਂ ਅਪਣਾਇਆ ਜੀ। ਹਾਂ। ਸੋ ਜਿਸ ਟਾਈਮ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬੇਟੀ ਨੇ ਗੱਲ ਕੀਤੀ, ਤੇ ਉਹ ਵੀ ਥੋੜਾ ਇਸ ਸਮਾਜ ਦੇ ਇਸ ਪਹਿਲੂ ਨੂੰ ਦੇਖਦੇ ਨੇ, ਤੇ ਆਮ ਤੌਰ ਦੇ ਉੱਤੇ ਲੋਕਾਂ ਦੀ ਸੋਚ ਕਹਿ ਲਓ ਕਿ ਅਸੀਂ ਕਹਿਣ ਨੂੰ ਹੈ ਕਿ ਅਸੀਂ ਬਹੁਤ ਤਰੱਕੀ ਕਰ ਲਈ, ਪਰ ਇਸ ਮਾਮਲੇ ਦੇ ਵਿੱਚ ਹਜੇ ਤੱਕ ਸਾਡੀ ਸੋਚ ਓਪਨ ਨਹੀਂ ਹੋ ਸਕੀ। ਤੇ ਕੀ ਕਾਰਨ ਲੱਗਦੇ ਤੁਹਾਨੂੰ, ਜਾਂ ਫਿਰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਸ ਚੀਜ਼ ਨੂੰ? ਦਰਅਸਲ ਇਹ ਵੀ ਲੋਕ ਜਿਹੜਾ ਹਿੰਦੁਸਤਾਨ ਹੈ ਨਾ, ਇਹ ਪੋਲੀਟੀਕਲੀ ਇੰਨਾ ਗਰਕਿਆ ਹੋਇਆ ਹੈ ਕਿ ਲੋਕਾਂ ਨੂੰ ਲੜਾਉਣ 'ਤੇ ਲੱਗਾ ਹੋਇਆ ਹੈ। ਹਾਲਾਂਕਿ ਆਜ਼ਾਦੀ ਦਾ ਮਤਲਬ ਤਾਂ ਇਹ ਹੋਣਾ ਚਾਹੀਦਾ ਹਰ ਇੱਕ ਬੰਦਾ ਖੁੱਲ੍ਹੇ ਮਾਹੌਲ 'ਚ ਰਹੇ, ਪਰ ਹਰ ਇੱਕ ਬੰਦੇ 'ਤੇ ਕੋਈ ਨਾ ਕੋਈ ਔਕੜਾਂ, ਕੋਈ ਨਾ ਕੋਈ ਬੰਦਿਸ਼ਾਂ, ਕੋਈ ਨਾ ਕੋਈ ਡਰ, ਕੋਈ ਨਾ ਕੋਈ ਭੈ ਪੈਦਾ ਕੀਤਾ ਜਾ ਰਿਹਾ ਥਾਂ ਥਾਂ 'ਤੇ। ਜਿੱਥੇ ਹੁਣ ਤੁਸੀਂ ਹੁਣੇ ਖਬਰ ਪੜ੍ਹੀ ਹੋਣੀ ਹੈ ਬਈ ਮਸਜਿਦ ਦੇ ਉਤੋਂ ਉਹ ਸਪੀਕਰ ਲਾਉਣੇ ਨੇ, ਅੱਜ ਦੇ ਲੱਗੇ ਹੋਏ ਨੇ, ਉਹ 70 ਸਾਲ ਦੇ ਲੱਗੇ ਹੋਏ ਨੇ, ਹੁਣ ਬੁਰੇ ਲੱਗਣ ਲੱਗੇ। ਉੱਥੇ ਅਸੀਂ ਹਨੂੰਮਾਨ ਚਾਲੀਸਾ ਪੜ੍ਹਨ ਲੱਗ ਜਾਣਾ। ਵਾਟ ਡਜ਼ ਇਟ ਮੀਨ? ਉਹਨਾਂ ਦਾ ਵੀ ਧਰਮ ਹੈ, ਸਾਡਾ ਵੀ ਧਰਮ ਹੈ। ਉਹ ਤੁਸੀਂ ਕੋਈ ਜੇ ਗੁਰੂ ਨਾਨਕ ਨੇ ਕਿਹਾ ਸੀ ਜਾਂ ਤੂੰ ਖਾਸ ਬ੍ਰਾਹਮਣੀ ਜਾਇਆ ਔਰ ਬਾਟ ਕਾਹੇ ਨਹੀਂ ਆਇਆ, ਫਿਰ ਤੂੰ ਵੀ ਉੱਥੋਂ ਹੀ ਕਿਉਂ ਪੈਦਾ ਹੋਇਆ ਜੇ ਤੂੰ ਖਾਸ ਹੈ? ਜਿਵੇਂ ਜਿਵੇਂ ਦੂਜਾ ਪੈਦਾ ਹੋਵੇ ਤੂੰ ਪੈਦਾ, ਜਿਵੇਂ ਮੈਂ ਪੈਦਾ ਹੋਇਆ ਉਵੇਂ ਕਿੰਨਰ ਪੈਦਾ ਹੋਇਆ ਜੀ। ਜਿੱਥੇ ਮੈਂ ਨੋਮੀਨੇ ਰਿਹਾ ਉੱਥੇ ਕਿੰਨਰ ਨੋਮੀਨੇ ਰਹੇ, ਤਾਂ ਫਿਰ ਮੇਰੇ ਚਿਰ ਕਿੰਨਰ 'ਚ ਫਰਕ ਕੀ ਹੈ ਬਈ? ਜੇ ਉਹਦੇ 'ਚ ਫਰਕ ਹੈ ਤਾਂ ਉਹਦੇ ਮਾਤਾ ਪਿਤਾ 'ਚ ਫਰਕ ਹੈ। ਉਹਨਾਂ ਨੇ ਉਹ ਗਲਤ ਉਹਨੂੰ ਉਹਦੇ 'ਚ ਡਿਸਟਰਬੈਂਸ ਦਿੱਤੀ ਉਹਦੇ ਸੈਕਸ 'ਚ। ਇਸ ਕਰਕੇ ਮਾਤਾ ਪਿਤਾ ਨੂੰ ਮੈਂ ਕਹਿੰਦਾ ਰਿਹਾ ਵੀ ਤੁਸੀਂ ਮਾਫੀ ਮੰਗੋ ਇਹਨਾਂ ਤੋਂ, ਔਰ ਇਹਨਾਂ ਨੂੰ ਆਪਣੇ ਕੋਲ ਆਪਣੇ ਸੰਭਾਲ 'ਚ ਰੱਖੋ। ਇਹ ਤੁਹਾਡੀ ਇੰਨੀ ਮਦਦ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਡੇ ਜਿਹੜੇ ਸੋ ਕਾਲਡ ਵਧੀਆ ਮੁੰਡੇ ਕੁੜੀਆਂ ਕਹਿੰਦੇ ਉਹਨਾਂ ਨਾਲੋਂ ਕਿਤੇ ਅੱਗੇ ਕਰਨਗੇ। ਆਹ ਹੁਣ ਜਦੋਂ ਹਾਲਾਤ ਇਹੋ ਜਿਹੇ ਹੋਏ, ਬੜੀ ਦੇਰ ਤੋਂ ਮੇਰੇ ਦਿਮਾਗ 'ਚ ਸੋਚ ਸੀ। ਜਦੋਂ ਬੇਟੀਆਂ ਨੇ ਰਲ ਕੇ ਕਿਹਾ, ਫਿਰ ਮੈਨੂੰ ਲੱਗਾ ਵੀ ਹਾਲਾਤ ਹੁਣ ਸਾਡੇ ਟੱਬਰ ਦੇ ਹਾਲਾਤ ਬਿਲਕੁਲ ਸਾਜ਼ਗਾਰ ਹੋ ਗਏ। ਸਵਿਚ ਔਨ ਕਰਤਾ।
ਬਹੁਤ ਵਧੀਆ ਮਤਲਬ ਇੱਕ ਹੱਲਾਸ਼ੇਰੀ ਇਸ ਗੱਲੋਂ ਵੀ ਮਿਲੀ ਕਿ ਬੇਟੀਆਂ ਵੀ ਉਸ ਚੀਜ਼ ਨੂੰ ਸਹਿਯੋਗ ਕਰ ਰਹੀਆਂ ਨੇ ਔਰ ਉਹਨਾਂ ਦੀ ਸੋਚ ਵੀ ਉਹੀ ਕਹਿੰਦੀ ਹੈ ਜੀ। ਤੁਸੀਂ ਕਿਵੇਂ ਲੈਂਦੇ ਹੋ ਮੈਮ ਇਸ ਚੀਜ਼ ਨੂੰ, ਜਿਵੇਂ ਸਰ ਨੇ ਦੱਸਿਆ ਕਿ ਸਮਾਜ ਦੀ ਸੋਚ ਨਹੀਂ ਬਦਲ ਪਾ ਰਹੀ ਇਸ ਬਾਰੇ, ਔਰ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਸਗੋਂ ਮਾਂ-ਬਾਪ ਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਨਮ ਦਿੱਤਾ। ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਇੰਟੈਲੈਕਚੁਅਲ ਡਿਸੇਬਲਡ ਬੱਚੇ ਹੋ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਗੱਲੋਂ ਡਿਸੇਬਲਡ ਹੁੰਦੇ ਆ ਉਮਰ ਪਾਲਦੇ ਆ ਜੀ। ਜਿਹੜੇ ਡਿਫੈਕਟਿਵ ਬੱਚੇ ਹੁੰਦੇ ਨੇ ਤਾਂ ਉਹਨਾਂ ਨੂੰ ਉਹ ਸਾਰਾ ਉਮਰ ਪਾਲਦੇ ਆ, ਲੇਕਿਨ ਇਹਨਾਂ ਨੂੰ ਕਿਉਂ ਨਹੀਂ? ਇਸ ਕਰਕੇ ਸਾਡੇ ਇਹ ਵੀ ਸੋਚ ਸੀ ਕਿ ਆਸ-ਪਾਸ ਨਾ ਕਹਿਣ, ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਸਾਨੂੰ ਕੁਝ ਕਹਿਣ। ਹੁਣ ਤੁਹਾਡੀ ਮੁਲਾਕਾਤ ਕਰਵਾਵਾਂਗੇ ਧਨੰਜੇ ਚੌਹਾਨ ਤੇ ਰੁਦਰ ਪ੍ਰਤਾਪ ਦੇ ਨਾਲ, ਦੋਵੇਂ ਮੇਰੇ ਨਾਲ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲੇ ਮੈਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪ੍ਰਣਾਮ ਤੇ अस्सलाम वालेकुम जी। ये धनंजय ने ते इधर रुद्र जी जी नमस्कार सबको और ਜੀ। ਸੋ ਜਿਵੇਂ ਕਿ ਅਸੀਂ ਗੱਲ ਕਰ ਲਈ ਹੈਗੀ ਹੈ ਦਿਲਬਾਰਾ ਸਿੰਘ ਜੀ ਦੇ ਨਾਲ ਵੀ ਤੇ ਮੈਮ ਦੇ ਨਾਲ ਵੀ ਗੱਲ ਕੀਤੀ, ਉਹਨਾਂ ਦੀ ਵਾਈਫ, ਔਰ ਅਸੀਂ ਇਹ ਦੇਖ ਰਹੇ ਕਿ ਉਹਨਾਂ ਨੇ ਇੱਕ ਮਿਸਾਲ ਜਿਹੜੀ ਕਾਇਮ ਕੀਤੀ ਹੈ। ਸੋ ਇਸ ਮਿਸਾਲ ਨੂੰ ਬਹੁਤ ਸਾਰੇ ਦਰਸ਼ਕ ਵੀ ਦੇਖ ਰਹੇ ਨੇ, ਦੁਨੀਆ ਵੀ ਦੇਖ ਰਹੀ ਹੈ ਔਰ ਬਹੁਤ ਸਾਰੇ ਲੋਕੀ ਸਲਾਮ ਵੀ ਕਰ ਰਹੇ ਨੇ। ਔਰ ਜਿਵੇਂ ਕਿ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਇੰਨੀ ਕਿਸੇ ਦੀ ਹਿੰਮਤ ਨਹੀਂ ਹੋਈ ਆ ਕੇ ਕਹਿਣ ਦੀ ਕਿ ਤੁਸੀਂ ਇਹ ਕਦਮ ਕੀ ਸੋਚ ਕੇ ਚੁੱਕਿਆ। ਸੋ ਪਹਿਲੀ ਗੱਲ ਤਾਂ ਤੁਹਾਡੀ ਆਪਣੀ ਭਾਵਨਾਵਾਂ ਵੀ ਇਸ ਦੇ ਨਾਲ, ਭਾਵੁਕ ਭਾਵਨਾਵਾਂ ਵੀ ਨੇ, ਖੁਸ਼ੀ ਵੀ ਹੁੰਦੀ ਹੈ ਉਸ ਦੇ ਨਾਲ ਹੀ ਨਾਲ, ਔਰ ਇੱਕ ਨਵੀਂ ਫੀਲਿੰਗ। ਜਿਵੇਂ ਕਿ ਮੈਂ ਤੁਹਾਡਾ ਇੱਕ ਇੰਟਰਵਿਊ ਪੜ੍ਹਿਆ ਸੀਗਾ, ਤੁਸੀਂ ਕਿਹਾ ਕਿ ਇੱਕ ਪਰਿਵਾਰ ਦਾ ਹਿੱਸਾ ਹੋ ਕੇ ਜੋ ਮਹਿਸੂਸ ਹੋ ਰਿਹਾ ਹੈ ਉਹਦੇ ਵਰਗੀ ਸ਼ਾਇਦ ਕੋਈ ਰੀਸ ਨਹੀਂ ਹੈਗੀ, ਤੇ ਜਦੋਂ ਤੁਹਾਡਾ ਖਾਣੇ ਦੇ ਲਈ ਵੀ ਇੰਤਜ਼ਾਰ ਕੀਤਾ ਜਾਂਦਾ ਜਾਂ ਕੁਝ ਵੀ। ਸੋ ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਪਾ ਕੇ ਕੀ ਮਹਿਸੂਸ ਕਰ ਰਹੇ ਹੋ? ਕੋਈ ਸ਼ਬਦ ਨਹੀਂ ਹੈ, ਮਤਲਬ ਇਹ ਸ਼ਬਦ ਬਿਯੋਂਡ ਆਈ ਡੋਂਟ ਹੈਵ ਵਰਡਸ। ਮੈਂ ਕਿਵੇਂ ਇਹ ਸ਼ਬਦਾਂ ਨੂੰ ਆਪਣੇ ਅਲੰਕਰਿਤ, ਕਹਿੰਦੇ ਬਹੁਤ ਅਲੰਕਰਿਤ ਕਰਕੇ ਨਹੀਂ ਕਰਨਾ, ਬਟ ਸਿੰਪਲੀ ਇਟਸ ਅਮੇਜ਼ਿੰਗ ਐਕਸਪੀਰੀਅੰਸ ਜਿਹੜਾ ਬਹੁਤ ਵਧੀਆ ਹੈ। ਔਰ ਸਭ ਤੋਂ ਪਹਿਲੇ ਤਾਂ ਮੈਂ ਮੰਮੀ ਪਾਪਾ ਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਸਾਨੂੰ ਆਪਣੇ ਗਲੇ ਨਾਲ ਲਗਾਇਆ ਹੈ, ਇੱਕ ਮਿਸਾਲ ਹੈ ਸਾਰੀ ਦੁਨੀਆ ਵਿੱਚ। ਔਰ ਖਾਸ ਕਰਕੇ ਆਪਣੇ ਇਸ ਚੰਡੀਗੜ੍ਹ ਵਿੱਚ ਕਿ ਦੇਸ਼ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਕੋਈ ਵੀ ਕੋਈ ਫੈਮਿਲੀ ਅੱਗੇ ਨਹੀਂ ਆਈ। ਸਾਰੇ ਲੋਕ ਸਾਨੂੰ ਦੁਆ ਤਾਂ ਮੰਗਦੇ ਸਾਡੇ ਤੋਂ, ਲੇਕਿਨ ਦੁਆ ਵਿੱਚ ਨਹੀਂ ਮੰਗਦੇ ਹੈ। ਅਤੇ ਚਾਹਲ ਫੈਮਿਲੀ ਨੇ ਸਾਨੂੰ ਦੁਆ 'ਚ ਮੰਗਿਆ, ਅਸੀਂ ਉਹਨਾਂ ਦੀ ਝੋਲੀ 'ਚ ਪੈ ਗਏ। ਸੋ ਮਤਲਬ ਸਾਰੀ ਫੈਮਿਲੀ ਇੱਕ ਤੋਂ ਵੱਧ ਕੇ ਇੱਕ ਹੈ। ਮੈਂ ਕੋਈ ਸ਼ਬਦ ਨਹੀਂ, ਮੈਂ ਸਮੀਰਾ ਦੀਦੀ ਹੈ, ਮਮਤਾ ਦੀਦੀ ਅਮਰੀਕਾ, ਉਹਨਾਂ ਦੀ ਸਾਰੀ ਫੈਮਿਲੀ, ਸਾਰਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ। ਜੇ ਮੇਰੇ ਕੁਝ ਥੋੜ੍ਹੀ ਮੋੜੀ ਬਿਮਾਰੀ ਵੀ ਹੁੰਦੀ ਹੈ, ਮੈਂ ਕੋਈ ਲੁਕਾਉਣ ਦੀ ਕੋਸ਼ਿਸ਼ ਕਰਦੀ, ਪਰ ਫਿਰ ਵੀ ਉਹ ਨਹੀਂ ਲੁਕਦੀ ਹੈ। ਐਂਡ ਤੁਸੀਂ ਦੇਖ ਰਹੇ ਹੋ ਮੇਰਾ ਇੰਤਜ਼ਾਰ ਬੇਸਬਰੀ ਨਾਲ ਹੁੰਦਾ ਹੈ ਕਿ ਕਦੋਂ ਆਏਗੀ। ਐਂਡ ਮੈਨੂੰ ਲੱਗਦਾ ਕਿ ਮੇਰੇ ਆਪਣੇ ਹੈ ਨਾ, ਔਰ ਆਪਣੇ ਹੈ ਹੀ ਹੈ ਹੁਣ, ਮਤਲਬ ਆਪਣੇ ਲੱਗਣਾ ਕਿ ਹੁਣ ਆਪਣੇ ਹੁਣ ਤੇ ਆਪਣੇ ਆ। ਔਰ ਇਹ ਸ਼ਾਇਦ ਬਿਆਨ ਕਰਨਾ ਮੁਸ਼ਕਲ ਵੀ ਹੁੰਦਾ। ਤੇ ਅੱਛਾ, ਜਿਵੇਂ ਗੱਲ ਕਰ ਰਹੇ ਸੀਗੇ ਅਸੀਂ, ਧਨੰਜੇ ਦੀ ਗੱਲ ਕਰ ਰਹੇ ਸੀ, ਉਹਨਾਂ ਨੂੰ ਰੇਖਾ ਨਾਮ ਦਿੱਤਾ, ਸੋ ਉਸ ਦੇ ਨਾਲ ਹੀ ਨਾਲ ਰੁਦਰ ਜੀ। ਸੋ ਇੱਥੇ ਗੱਲ ਇਹ ਹੈ ਕਿ ਐਜ਼ ਅ ਕਪਲ ਇਹਨਾਂ ਨੂੰ ਅਡੋਪਟ ਕੀਤਾ ਗਿਆ, ਸੋ ਇਹ ਵੀ ਇੱਕ ਵੱਡੀ ਗੱਲ ਹੈ। ਸੋ ਐਜ਼ ਅ ਕਪਲ ਅਡੋਪਟ ਕੀਤਾ ਗਿਆ। ਅਤੇ ਮੈਂ ਇਹਨਾਂ ਨਾਲ, ਰੁਦਰ ਜੀ ਨਾਲ ਪਹਿਲਾਂ ਵੀ ਬੈਠੇ ਅਸੀਂ ਬਾਹਰ ਗੱਲ ਕਰ ਰਹੇ ਸੀਗੇ ਜਿਸ ਟਾਈਮ ਦੇ ਵਿੱਚ ਗੱਲ ਚੱਲ ਰਹੀ ਸੀ। ਸੋ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਆਪਸੀ ਤਾਲਮੇਲ ਜੋ ਦੇਖਣ ਨੂੰ ਮਿਲ ਰਿਹਾ ਸੀ, ਬਿਲਕੁਲ ਇੱਕ ਫੈਮਿਲੀ ਵਾਲਾ। ਸੋ ਚਾਹ ਵੀ ਇਹਨਾਂ ਨੇ ਬਣਾਈ ਅਤੇ ਬੜੀ ਸਵਾਦ ਸੀਗੀ, ਬਹੁਤ ਵਧੀਆ ਲੱਗਿਆ। ਸੋ ਇੱਕ ਪਰਿਵਾਰ ਦਾ ਹਿੱਸਾ ਹੋ ਕੇ ਕਿਵੇਂ ਮਹਿਸੂਸ ਹੁੰਦਾ ਜਿਸ ਟਾਈਮ ਲੋਕੀ ਬਾਹਰ ਕੁਝ ਇਸ ਨਜ਼ਰੀਏ ਨਾਲ ਦੇਖਦੇ ਹੈ ਜੋ ਸ਼ਾਇਦ ਬਿਆਨ ਕਰਨਾ ਮੁਸ਼ਕਲ ਹੈ, ਬਟ ਉਹ ਚੰਗਾ ਨਹੀਂ ਲੱਗਦਾ ਦੇਖਣ ਨੂੰ, ਪਰ ਜਦੋਂ ਉਹਦੇ ਬਦਲੇ 'ਚ ਪਿਆਰ ਮਿਲਣਾ ਸ਼ੁਰੂ ਹੁੰਦਾ, ਸੋ ਉਹਦੇ ਵਰਗੀ ਫੀਲਿੰਗ ਨਹੀਂ ਹੁੰਦੀ। फीलिंग तो बहुत अच्छी होती है, जैसे कि हम लोग अपना घर छोड़ देते हैं, भाई घर से निकलना ही पड़ता है, तो अब दूसरी जगह पे आए तो यहाँ पे तो अकेले थे। अब किसी फैमिली ने एक्सेप्टेंस ही मेन थिंग है सबके लिए, सारी ट्रांसजेंडर कम्युनिटी के लिए एक्सेप्टेंस कोई नहीं करता है, फैमिली ही नहीं करती है पहले तो, फिर बाहर जाके एक्सेप्टेंस नहीं होती तो और इंसान मतलब कहते हैं डिसहार्टेड हो जाता है। तो ऐसा स्टेप जहाँ पे हम लोग बात ही करते हैं कि मतलब लोग एक्सेप्ट करें, सबको यही कहते हैं कि एक्सेप्ट करना चाहिए, रिजेक्शन नहीं होने चाहिए, क्योंकि मेन थिंग एक्सेप्टेंस है। तो अगर जब हमको पता चला कि मतलब ऐसा कुछ है, कोई फैमिली, इन्होंने बताया धनंजय जी ने कि मतलब फैमिली है वो हम लोग को मतलब अपने घर में रहना चाह रही है,
तो फर्स्टली बहुत अच्छा लगा उस समय सुन के कि मतलब ऐसा भी स्टेप है, मतलब कोई ऐसी फैमिली है, मतलब लोग ऐसे सोच के भी हैं कि हम लोग यहाँ परेशान हैं, लोगों को समझाते हुए कि मतलब एक्सेप्ट करो कि किसी फैमिली ने आगे बढ़ के आकर के कि ये कहा कि हम आपको अपने घर बुला रहे हैं। तो उस समय मतलब बहुत ही अच्छा लगा, एक फैमिली की वो आ गई कि फैमिली है, क्योंकि अपनी फैमिली तो पीछे छूट चुकी है। मेरी मदर भी एक्सपायर हो गई थी लास्ट ईयर, उनसे काफ़ी अच्छा कनेक्शन था। तो अब यहाँ पे आके फिर से मदर मिल गई, वो जो एक कमी है वो मतलब कहीं भर गई। ਕਿਤੇ ਨਾ ਕਿਤੇ ਭਰ ਜੀ। ਗਈ ਔਰ ਇਹ ਬਹੁਤ ਅੱਛੀ ਫੀਲਿੰਗ ਹੁੰਦੀ ਹੈ। ਮੈਂ ਥੋੜ੍ਹਾ ਜਿਹਾ ਨਾ ਤੁਹਾਡੇ ਬਾਰੇ ਲਾਈਫ ਬਾਰੇ ਵੀ ਗੱਲ ਕਰਨੀ ਚਾਹਾਂਗਾ, ਜਿਵੇਂ ਕਿ ਮੈਨੂੰ ਜੋ ਜਾਣਕਾਰੀ ਮਿਲੀ ਵੀ ਹੈ, ਤੁਸੀਂ ਆਪਣੀ ਕਮਿਊਨਿਟੀ ਦੇ ਲਈ ਜਾਂ ਟਰਾਂਸਜੈਂਡਰ ਕਮਿਊਨਿਟੀ ਦੇ ਲਈ ਬਹੁਤ ਐਫਰਟਸ ਜਿਹੜੇ ਹੈ ਉਹ ਪਹਿਲਾਂ ਤੋਂ ਹੀ ਕਰਦੇ ਆ ਰਹੇ ਹੋ। ਸੋ ਇਹ ਚੀਜ਼ ਜਿਹੜੀ ਹੈ ਕਿ ਇੱਕ ਬਾਥਰੂਮ ਤੱਕ ਨਹੀਂ ਅਰੇਂਜ ਕੀਤਾ ਜਾਂਦਾ, ਜਾਂ ਅਸੀਂ ਕਹਿ ਲਈਏ ਕਿ ਦੂਸਰੇ ਹੋਰ ਚੀਜ਼ਾਂ ਦੇ ਲਈ ਹੋਸਟਲਸ ਦੇ ਵਿੱਚ ਰਹਿਣ ਦੇ ਲਈ ਜਗ੍ਹਾ ਨਹੀਂ ਹੈ। ਇੱਦਾਂ ਦੇ ਬਹੁਤ ਸਾਰੇ ਮੁੱਦੇ, ਪਰ ਤੁਸੀਂ ਉਹ ਚੁੱਕੇ, ਤੁਸੀਂ ਉਸ ਦੇ ਲਈ ਆਵਾਜ਼ ਬੁਲੰਦ ਕੀਤੀ। ਸੋ ਪਹਿਲੀ ਗੱਲ ਤਾਂ ਐਡਾ ਹੌਸਲਾ ਕਿਵੇਂ ਮਜ਼ਬੂਤ ਕੀਤਾ? ਕਿਉਂਕਿ ਜਦੋਂ ਐਂ ਪਤਾ ਹੁੰਦਾ ਨਾ ਕਿ ਦੁਨੀਆ ਦੇ ਵਿੱਚ ਕੋਈ ਐਕਸੈਪਟ ਹੀ ਨਹੀਂ ਕਰਦਾ, ਪਹਿਲੀ ਗੱਲ ਤਾਂ ਐਕਸੈਪਟੈਂਸ ਘਰੋਂ ਹੀ ਨਹੀਂ ਮਿਲਦੀ, ਸਮਾਜ ਦੇ ਵਿੱਚ ਨਹੀਂ ਮਿਲਦੀ, ਫਿਰ ਉਸ ਤੋਂ ਬਾਅਦ ਇਹ ਲੜਾਈ ਲੜਨੀ ਕਿ ਆਪਣੀ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਵੀ ਪੂਰਾ ਕਰਾਉਣਾ। ਸੋ ਇਹ ਹਿੰਮਤ ਕਿਵੇਂ ਜੁਟਾਈ ਤੁਸੀਂ? ਜ਼ਿੰਦਗੀ ਵਿੱਚ ਬਹੁਤ ਸਾਰੇ ਮੋੜ ਇੱਦਾਂ ਦੇ ਆਏ ਜਿਹਦੇ ਵਿੱਚ ਆਤਮ ਹੱਤਿਆ ਕਰਨ ਦਾ ਵੀ ਆਏ ਮੌਕੇ। ਸੋ ਰੇਪ ਹੋਏ, ਬਹੁਤ ਸਾਰੀ ਦਰ ਦੀ ਠੋਕਰਾਂ ਖਾਣੀ ਪਈਆਂ, ਬਹੁਤ ਸਾਰਾ ਵਿਤਕਰਾ, ਮਤਲਬ ਬਹੁਤ ਸਾਰੀ ਚੀਜ਼ਾਂ, ਡਿਸਕ੍ਰਿਮੀਨੇਸ਼ਨ, ਬੁਲਿੰਗ, ਹੈਰਾਸਮੈਂਟ, ਸੈਕਸ਼ੂਅਲ ਅਬਿਊਜ਼ ਹੋਇਆ। ਐਂਡ ਜਦੋਂ ਇਹ ਸਾਰੀ ਚੀਜ਼ਾਂ ਹੁੰਦੀ ਰਹੀਆਂ, ਐਂਡ ਜਦੋਂ ਇੱਕ ਮੌਕਾ ਆਇਆ ਜਦੋਂ ਮੈਂ ਸੁਸਾਈਡ ਕਰਨ ਦਾ ਸੋਚਿਆ ਸੀਗਾ ਔਰ ਮੈਂ ਕਰਨ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਫਿਰ ਮੇਰੇ ਦਿਲ 'ਚ ਆਇਆ ਕਿ ਮੈਂ ਕਿਉਂ ਆਤਮ ਹੱਤਿਆ ਕਰਾਂ? ਮੈਂ ਕਿਸੇ ਦਾ ਰੇਪ ਤਾਂ ਨਹੀਂ ਕੀਤਾ, ਮੈਂ ਕਿਸੇ ਦਾ ਮਰਡਰ ਨਹੀਂ ਕੀਤਾ, ਔਰ ਸਮਾਜ ਵਿੱਚ ਕੋਈ ਇੱਦਾਂ ਦੀ ਕੋਈ ਬੁਰੀ ਚੀਜ਼ ਨਹੀਂ ਕੀਤੀ। ਫਿਰ ਜਿਹੜੇ ਰੇਪਿਸਟ ਹੈ ਜਾਂ ਮਰਡਰਿਸਟ ਹੈ, 14 ਸਾਲ ਦੀ ਉਮਰ ਕੈਦ ਕਰਕੇ ਉਹ ਘਰ ਆਉਂਦੇ, ਉਹਨਾਂ ਦਾ ਵੈਲਕਮ ਹੁੰਦਾ, ਸਾਡਾ ਤਾਂ ਕੋਈ ਵੈਲਕਮ ਨਹੀਂ ਕਰਦਾ, ਫਿਰ ਅਸੀਂ ਕਿਉਂ ਮਰੀਏ? ਸੋ ਮੈਂ ਸੋਚਿਆ ਨਹੀਂ, ਮੈਂ ਨਹੀਂ ਮਰਨਾ, ਮੈਂ ਸਮਾਜ ਦੀ ਸੋਚ ਨੂੰ ਮਾਰਨਾ। ਅਤੇ 2002 ਦੀ ਗੱਲ ਹੈ। ਹੌਲੀ ਹੌਲੀ ਫਿਰ ਜਦੋਂ ਲੇਕਿਨ ਆਪਣੇ ਬਾਰੇ ਸੋਚਣਾ ਉਸ ਸਮੇਂ ਮੇਰੇ ਲਈ ਪੋਸੀਬਲ ਨਹੀਂ ਸੀ, ਕਿਉਂਕਿ ਮੈਂ ਆਪਣੀ ਅੱਧੀ ਜ਼ਿੰਦਗੀ ਤਾਂ ਬਿਤਾ ਲਈ ਸੀ। ਹੁਣ ਮੈਂ 52 ਸਾਲ ਦੀ ਹਾਂ। ਸੋ ਹੁਣ ਮੈਨੂੰ ਲੱਗਦਾ ਕਿ ਮੈਂ ਨਾ ਤਾਂ ਨੌਕਰੀ ਮਿਲਣੀ ਮੈਨੂੰ, ਨਾ ਹੀ ਮੈਨੂੰ ਕੋਈ ਹੋਰ ਚੀਜ਼ਾਂ ਮਿਲਣੀਆਂ। ਔਰ ਮੈਂ ਸੋਚਿਆ ਕਿ ਨਹੀਂ, ਮੈਂ ਅੱਗੇ ਮੈਂ ਹੀ ਵਧਾਂਗੀ। ਜਿਸ ਤਰ੍ਹਾਂ ਮੇਰੇ ਮੰਮੀ ਪਾਪਾ ਨੇ ਇਹ ਕਦਮ ਚੱਕਿਆ ਹੈ ਨਾ, ਵਿਰਲੇ ਹੀ ਲੋਕ ਹੁੰਦੇ हैं, उसी तरह की लाखों ही मुसाफिर चलते हैं, मंजिल पे पहुंचते हैं दो एक। तो मैं फिर मंजिल पकड़ी और रास्ता मेरे चौराहे 'ਚ खड़ी सी कि ਮੈਨੂੰ ਪਤਾ ਇੱਕ ਸਾਈਡ ਵਧਾਈਆਂ ਹੈਗੇ, ਸੈਕਸ ਵਰਕ ਹੈਗਾ ਹੈ। ਉਹ ਸਮਾਂ ਕਿੱਦਾਂ ਦਾ ਸੀ? ਉਸ ਸਮੇਂ ਦੇ ਵਿੱਚ ਤੁਸੀਂ ਕਿਹੜੇ ਐਸੇ ਚੈਲੰਜਸ ਜਿਹੜੇ ਫੇਸ ਕੀਤੇ? ਬਚਪਨ ਤੋਂ ਹੀ ਬੁਲੀ ਹੈਰਾਸਮੈਂਟ ਹੋਣੀ ਸ਼ੁਰੂ ਕੀਤੀ ਸਕੂਲ ਵਿੱਚ। ਜਦੋਂ ਮੇਰਾ ਐਡਮਿਸ਼ਨ ਹੋਇਆ 6 ਸਾਲ ਦੀ ਉਮਰ 'ਚ, ਅਤੇ ਉਸੇ ਟਾਈਮ ਵਾਸ਼ਰੂਮ ਦੀ ਪ੍ਰੋਬਲਮ ਸ਼ੁਰੂ ਹੋ ਗਈ। ਬਚਪਨ 'ਚ ਕੋਈ ਸਾਨੂੰ ਸਿਖਾ ਕੇ ਤਾਂ ਨਹੀਂ ਭੇਜਦਾ ਕਿ ਤੁਸੀਂ ਇਹ ਵਾਲੇ ਵਾਸ਼ਰੂਮ 'ਚ ਜਾਣਾ। ਘਰ ਵਿੱਚ ਅਸੀਂ ਵਾਸ਼ਰੂਮ ਯੂਜ਼ ਕਰਦੇ, ਜੈਂਡਰ ਨਿਊਟਰਲ ਵਾਸ਼ਰੂਮ ਹੈ, ਇਹਦੇ ਵਿੱਚ ਮੇਲ ਫੀਮੇਲ ਥੋੜ੍ਹੀ ਲਿਖਿਆ। ਲੇਕਿਨ ਜਦੋਂ ਬੱਚਾ ਬਾਹਰ ਨਿਕਲਦਾ ਹੈ 5-6 ਸਾਲ, ਉਹਨੂੰ ਲੱਗਦਾ ਕਿ ਹਰ ਜਗ੍ਹਾ ਤਾਂ 2 ਹੈ, ਸਾਡੇ ਘਰ ਵਿੱਚ 1 ਹੈ। ਔਰ ਸੁਭਾਵਿਕ ਗੁਣ ਹੁੰਦਾ, ਇੱਕ ਸਹਿਜ ਪ੍ਰਵਿਰਤੀ ਹੁੰਦੀ ਹੈ ਕਿ ਇਨਸਾਨ ਅਗਰ ਲੜਕੀ ਮੰਨ ਰਿਹਾ ਤਾਂ ਉਹ ਲੜਕੀ ਵਾਲੇ 'ਚ ਜਾਏਗਾ। ਤਾਂ ਉਸ ਸਮੇਂ ਮੇਰੇ ਨਾਲ ਇਹੀ ਹੈ, ਕੱਢ ਕੇ ਮੈਨੂੰ ਬਾਹਰ ਕੱਢ ਦਿੱਤਾ ਵੀ ਮੇਲ ਵਾਲੇ 'ਚ ਜਾਣ ਨਾਲ ਮੇਰੇ ਨਾਲ ਬੁਲੀ ਹੈਰਾਸਮੈਂਟ ਹੋਈ, ਸੈਕਸ਼ੂਅਲ ਅਬਿਊਜ਼ ਵੀ। ਸਾਡੇ ਅੜੋਸ ਪੜੋਸ ਸਾਡੇ ਜਿਹਨਾਂ ਨਾਲ ਸੈਕਸ਼ੂਅਲ ਅਬਿਊਜ਼ ਹੁੰਦਾ ਉਹ ਬਾਹਰਲਾ ਨਹੀਂ ਕਰਦਾ, ਉਹ ਸਾਡੇ ਅੜੋਸ ਪੜੋਸ ਵਾਲੇ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁੜੀਆਂ ਵਰਗਾ ਮੁੰਡਾ ਹੈ। ਸੋ ਇਹ ਜਿਹੜਾ ਡਿਸਕ੍ਰਿਮੀਨੇਸ਼ਨ, ਸੈਕਸ਼ੂਅਲ ਅਬਿਊਜ਼, ਇਹ ਘਰ ਦੇ ਆਸ ਪੜੋਸ ਵਿੱਚ ਸ਼ੁਰੂ ਹੋ ਜਾਂਦਾ ਹੈ। ਐਂਡ 7 ਸਾਲ ਦੀ ਉਮਰ 'ਚ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਮੈਂ ਲੜਕੀ ਹਾਂ, ਅਤੇ ਉਹਨਾਂ ਨੇ ਫਿਰ ਡੈਡੀ ਨਾਲ ਗੱਲ ਕੀਤੀ। ਡੈਡੀ ਨੇ ਜਿਹੜੇ ਤਾਂਤਰਿਕ ਹੁੰਦੇ ਨਾ, ਉਹਨਾਂ ਨੇ ਤਾਂ ਗੱਲ ਕੀਤੀ। ਤਾਂਤਰਿਕ ਕਹਿੰਦਾ ਇਹਦੇ ਅੰਦਰ ਚੁੜੈਲ ਆ ਗਈ ਹੈ, ਅਤੇ ਚੁੜੈਲ ਆ ਗਈ। ਮੇਰੇ ਉੱਪਰ ਝਾੜ ਫੂਕ ਕੀਤੀ, ਮੰਤਰ ਫੂਕੇ ਗਏ ਰਾਤ ਨੂੰ 11-12 ਵਜੇ। ਐਂਡ ਬਾਅਦ 'ਚ ਜਦੋਂ ਮੈਂ ਨਹੀਂ ਮੰਨੀ ਤਾਂ ਉਹਨਾਂ ਨੇ ਮੇਰੇ ਗਰਮ ਚਿਮਟੇ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿਆ। ਮੇਰੇ ਸਰੀਰ 'ਚ ਹਜੇ ਵੀ ਦਾਗ ਹੈਗੇ ਪੂਰੇ ਸਰੀਰ 'ਚ। ਇਹ ਜੋ ਚੀਜ਼ਾਂ ਹੈਗੀਆਂ ਨਾ, ਇਹ ਕਨਵਰਜਨ ਥੈਰੇਪੀ ਜਿਹੜੀ ਹੈ, ਕਨਵਰਟ ਕਰਾਉਣ ਦੀ ਕੋਸ਼ਿਸ਼। ਜਿਸ ਤਰ੍ਹਾਂ ਭਰੂਣ ਹੱਤਿਆ ਪਾਪ ਹੈ, ਕਿਸੇ ਨੂੰ ਕੋਖ 'ਚ ਮਾਰਨਾ, ਇਸੇ ਤਰ੍ਹਾਂ ਕਨਵਰਟ ਕਰਨਾ ਵੀ ਪਾਪ ਹੈ। ਇਹ ਸਰਕਾਰ ਨੂੰ ਦੱਸਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਭਰੂਣ ਹੱਤਿਆ 'ਚ ਬੈਨ ਲਗਾਇਆ ਨਾ, ਇਸੇ ਤਰ੍ਹਾਂ ਕਨਵਰਜਨ ਥੈਰੇਪੀ 'ਤੇ ਬੈਨ ਲਗਾਉਣਾ ਚਾਹੀਦਾ।
ਕਿਸੇ ਨੂੰ ਕਨਵਰਟ ਨਹੀਂ ਕਰ ਸਕਦੇ ਕਿਸੇ ਨੂੰ। ਕੋਈ ਬਾਇਓਲੋਜੀਕਲ ਔਰ ਮੇਰਾ ਸਾਈਕੋਲੋਜੀਕਲ ਸੈਕਸ ਬਾਇਓਲੋਜੀਕਲ ਸੈਕਸ ਨਾਲ ਮਿਸਮੈਚ ਹੋ ਗਿਆ। ਇਹ ਸਾਇੰਟਿਸਟ ਨੂੰ ਪਤਾ ਹੈ ਜਾਂ ਵਿਗਿਆਨਿਕਾਂ ਨੂੰ ਜਾਂ ਬਾਇਓਲੋਜਿਸਟ ਨੂੰ ਪਤਾ ਹੈ ਜਿਹੜੇ ਡਾਕਟਰ ਹੈ, ਲੇਕਿਨ ਆਮ ਇਨਸਾਨ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ। ਸੋ ਅੱਜ ਇਹ ਦੱਸਣ ਦੀ ਜ਼ਰੂਰਤ ਹੈ। ਔਰ ਐਂਟੀ ਬੁਲਿੰਗ ਹੈਰਾਸਮੈਂਟ ਡਿਸਕ੍ਰਿਮੀਨੇਸ਼ਨ ਬਿੱਲ ਵੀ ਔਰ ਨਾਲ ਕਨਵਰਜਨ ਥੈਰੇਪੀ ਕਈ ਕੰਟਰੀ 'ਚ ਬੈਨ ਹੋ ਰਹੀ ਹੈ। ਕੈਨੇਡਾ ਵਗੈਰਾ ਇੰਗਲੈਂਡ 'ਚ ਬੈਨ ਹੋ ਗਈ। ਹੁਣ ਮੈਂ ਸੋਚਦੀ ਕਿ ਇੰਡੀਆ 'ਚ ਵੀ ਬੈਨ ਹੋਣਾ ਚਾਹੀਦਾ। ਔਰ ਜਦੋਂ ਮੇਰੇ ਨਾਲ ਇਹ ਸਾਰੀ ਚੀਜ਼ਾਂ ਹੋ ਰਹੀ, ਸੈਕਸ਼ੁਅਲ ਅਬਿਊਜ਼ ਸ਼ੁਰੂ ਹੋ ਗਿਆ 12-13 ਸਾਲ ਦੀ ਉਮਰ 'ਚ ਆ ਕੇ, ਮੈਨੂੰ ਫਿਰ ਇੱਕ ਹੋਰ ਚੀਜ਼ ਨਾਲ ਜੂਝਣਾ ਪਿਆ, ਸੈਕਸ਼ੁਅਲ ਓਰੀਐਂਟੇਸ਼ਨ। ਕੋਈ ਨਾ ਕੋਈ ਇਨਸਾਨ 12-13 ਸਾਲ ਦੇ ਵਿੱਚ ਆ ਕੇ ਇੱਕ ਦੂਸਰੇ 'ਚ ਨਾਲ ਅਟਰੈਕਟ ਹੁੰਦਾ ਹੈ, ਅਟਰੈਕਸ਼ਨ ਹੁੰਦੀ ਹੈ। ਸੋ ਅਟਰੈਕਸ਼ਨ ਵੱਲ ਵੀ ਬਹੁਤ ਸਾਰੀ ਚੀਜ਼ਾਂ, ਇਹ ਛੱਕਾ ਹੈ ਜਿਹੜਾ ਹੈ, ਇਹਦੇ ਨਾਲ ਕੌਣ ਪਿਆਰ ਕਰੇਗਾ, ਇਹ ਸਾਰੀ ਚੀਜ਼ਾਂ। ਬਿਕੋਜ਼ ਲਵ ਇਜ਼ ਨੈਚੁਰਲ, ਲਵ ਇਜ਼ ਲਵ ਕਿਸੇ ਜੈਂਡਰ ਨੂੰ ਨਹੀਂ ਦੇਖਦਾ। ਕੋਈ ਆਦਮੀ ਕਿਸੇ ਕੁੜੀ ਨਾਲ ਪਿਆਰ ਕਰੇ, ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰੇ, ਨੈਚੁਰਲ ਮੰਨਦੇ ਨਾ। ਲੇਕਿਨ ਥਰਡ ਜੈਂਡਰ, ਥਰਡ ਨੇਚਰ ਵੀ ਕਿਸੇ ਨਾਲ ਪਿਆਰ ਕਰੇਗਾ। ਉਹ ਕੋਈ ਅਜੂਬਾ ਥੋੜੀ ਹੈ, ਉਹ ਵੀ ਇਨਸਾਨ ਹੈ, ਉਹ ਵੀ ਨਾ ਕਿਸੇ ਨਾਲ ਪਿਆਰ ਕਰੇ। ਉਸ ਸਮੇਂ ਵੀ ਸਾਡੇ ਨਾਲ ਬਹੁਤ ਸਾਰਾ ਪ੍ਰੋਬਲਮ ਸ਼ੁਰੂ ਹੁੰਦੀ ਹੈ। ਐਂਡ ਮੇਰੇ ਨਾਲ ਫਿਰ ਜੈਂਡਰ ਡਿਸਫੋਰੀਆ ਹੋ ਗਿਆ। ਜੈਂਡਰ ਡਿਸਫੋਰੀਆ ਇੱਕ ਤਰ੍ਹਾਂ ਦੀ ਡਿਜ਼ੀਜ਼ ਨਹੀਂ ਕਹਿ ਸਕਦੇ, ਮਤਲਬ ਅੰਦਰੂਨੀ ਸਾਈਕੋਲੋਜੀਕਲੀ ਸਾਈਕੈਟਰਿਸਟ ਨੂੰ ਪਤਾ ਹੈ ਜੈਂਡਰ ਡਿਸਫੋਰੀਆ ਆਪਣੇ ਆਪ ਨੇ ਨਫ਼ਰਤ ਹੋਣਾ। ਇਹ ਜੈਂਡਰ ਡਿਸਫੋਰੀਆ, ਐਨਗਜ਼ਾਇਟੀ, ਡਿਪਰੈਸ਼ਨ, ਇਹ ਉਸ 13-14 ਸਾਲ ਦੀ ਉਮਰ 'ਚ ਆ ਕੇ 9ਵੀਂ 10ਵੀਂ 'ਚ ਆ ਕੇ ਮੇਰੇ ਨਾਲ ਹੋਇਆ। ਫਿਰ ਉਸ ਤੋਂ ਬਹੁਤ ਸਾਰੀ ਪ੍ਰੋਬਲਮ ਸ਼ੁਰੂ ਹੋ ਗਈਆਂ। ਲੇਕਿਨ ਸਟੱਡੀ ਮੈਂ, ਮੇਰੀ ਮਾਤਾ ਨੇ ਥੋੜ੍ਹਾ ਜਿਹਾ ਮੇਰਾ ਸਾਥ ਦਿੱਤਾ, ਫਾਦਰ ਨੇ ਨਹੀਂ ਦਿੱਤਾ। ਮਾਤਾ ਨੂੰ ਲੱਗਦਾ ਸੀ ਕਿ ਮੇਰਾ ਬੱਚਾ ਹੈ, ਲੇਕਿਨ ਫਾਦਰ ਦੇ ਦਬਾਅ 'ਚ ਜਾਂ ਸੋਸਾਇਟੀ ਦੇ ਦਬਾਅ 'ਚ ਆ ਕੇ ਉਹ ਵੀ ਨਹੀਂ ਬੋਲਦੇ ਸੀ। ਉਹ ਕਹਿੰਦੇ ਤੂੰ ਇੱਥੋਂ ਚਲੀ ਜਾ, ਲੇਕਿਨ ਪੜ੍ਹਾਈ ਲਿਖਾਈ ਨਾ ਛੱਡ। ਪੜ੍ਹਾਈ ਲਿਖਾਈ ਕਰੇਗੀ ਅਤੇ ਅੱਗੇ ਵੱਧ ਕੇ ਹੋਰ ਆਪਣੇ ਸਮਾਜ ਵਿੱਚ ਜਾ ਕੇ ਦੁਨੀਆ 'ਚ ਤੇਰੇ ਕੋਲ ਆਪਸ਼ਨ ਜ਼ਿਆਦਾ ਰਹਿਣਗੀਆਂ। ਅਨਪੜ੍ਹ ਰਹੇਗੀ ਤਾਂ ਤੈਨੂੰ ਹਿਜੜੇ ਲੈ ਜਾਣਗੇ, ਹਿਜੜੇ ਪਕੜ ਕੇ ਲੈ ਜਾਣਗੇ। ਉਹ ਫਿਰ ਵਧਾਈ ਮੰਗੇਗੀ, ਨੱਚੇਗੀ, ਅਤੇ ਸਾਰੀ ਜ਼ਿੰਦਗੀ ਇਹੀ ਕਰਨਾ। ਪੜ੍ਹਾਈ ਕਰ, ਜਿਸ ਤਰ੍ਹਾਂ ਵੀ ਜੋ ਵੀ ਤੂੰ ਛੁਪ ਕੇ ਕਰਨਾ ਚਾਹੁੰਦੀ ਹੈ, ਪੈਂਟ ਸ਼ਰਟ 'ਚ ਕਰ, ਲੇਕਿਨ ਪੜ੍ਹਾਈ ਕਰ। ਉਹ ਮੈਂ ਫਿਰ ਆਪਣੇ ਗੱਲ ਨੂੰ ਆਪਣੇ ਸਿਰੇ ਲਾਇਆ। ਮੈਂ ਅੱਗੇ ਵਧੀ, ਪੜ੍ਹਾਈ ਕੀਤੀ ਅਤੇ ਆਈ ਵਾਜ਼ ਟੋਪਰ ਆਫ ਦਾ ਯੂਨੀਵਰਸਿਟੀ। 93 'ਚ ਮੈਂ ਪੰਜਾਬ ਯੂਨੀਵਰਸਿਟੀ ਟੋਪ ਕੀਤਾ, BA ਔਨਰਸ ਕੀਤਾ ਹਿਸਟਰੀ 'ਚ। ਉਸ ਤੋਂ ਬਾਅਦ ਵੀ ਫਿਰ MA ਹਿਸਟਰੀ 'ਚ ਐਡਮਿਸ਼ਨ ਲਿੱਤਾ। ਮੇਰੇ ਨਾਲ ਰੈਗਿੰਗ ਹੋਈ, ਫਿਰ ਮੈਨੂੰ ਛੱਡਣਾ ਪਿਆ। 94 'ਚ ਮੈਂ ਲਾਅ 'ਚ ਐਡਮਿਸ਼ਨ ਲਿੱਤੀ ਇਵਨਿੰਗ ਦੇ ਸੈਸ਼ਨ ਵਿੱਚ। ਉਸ ਸਮੇਂ ਵੀ ਰਾਤ ਨੂੰ 9 ਵਜੇ ਕਰੀਬ ਮੈਨੂੰ ਮੁੰਡਿਆਂ ਨੇ ਰੈਗਿੰਗ ਕੀਤਾ, ਮੈਨੂੰ ਫੜ ਕੇ ਕਮਰੇ 'ਚ ਬੰਦ ਕਰ ਦਿੱਤਾ, ਮੇਰੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ। ਤਾਂ ਇਹ ਸਾਰੀ ਚੀਜ਼ਾਂ ਹੁੰਦੀ ਰਹੀ। ਮੈਂ ਪੜ੍ਹਾਈ ਛੱਡਤੀ। ਫਿਰ ਮੈਨੂੰ ਲੱਗਦਾ ਸੀ ਕਿ ਮੈਂ ਯੂਨੀਵਰਸਿਟੀ 'ਚ ਪੜ੍ਹ ਨਹੀਂ ਸਕਦੀ, ਕਿਉਂਕਿ ਮੇਰੇ ਨਾਲ ਇਹ ਸਾਰੀ ਚੀਜ਼ਾਂ ਹੋ ਰਹੀਆਂ ਸੀ। 2002 ਵਿੱਚ ਵੀ ਗੈਂਗ ਰੇਪ ਹੋਇਆ, 2004 ਵਿੱਚ ਵੀ ਗੈਂਗ ਰੇਪ ਹੋਇਆ। ਔਰ ਇਹ ਸਾਰੀ ਚੀਜ਼ਾਂ ਹੁੰਦੇ ਰਹੀਆਂ ਜਦ ਤੱਕ ਮੈਂ ਛੁਪ ਕੇ ਰਹੀ, ਜਦ ਤੱਕ ਮੈਂ ਛੁਪ ਕੇ ਆਪਣੇ ਆਈਡੈਂਟੀਟੀ ਨੂੰ ਛੁਪਾਇਆ ਕਿ ਮੈਂ ਦੁਨੀਆ ਨੂੰ ਨਹੀਂ ਦੱਸਣਾ ਕਿ ਮੈਂ ਹੈ ਕੌਣ। ਲੇਕਿਨ ਜਦੋਂ ਮੈਨੂੰ ਲੱਗਦਾ ਕਿ ਮੈਂ ਆਪਣੀ ਆਈਡੈਂਟੀਟੀ ਆਪਣੇ ਆਪ ਨੂੰ ਪਹਿਚਾਣ ਕੇ ਦੁਨੀਆ ਵਿੱਚ ਸਾਹਮਣੇ ਆ ਕੇ ਇਹ ਨਹੀਂ ਕਹਿਣ ਦੀ ਹਿੰਮਤ ਕੀਤੀ ਕਿ ਯੈਸ ਆਈ ਐਮ ਟਰਾਂਸਜੈਂਡਰ, ਤਦ ਤੱਕ ਲੋਕਾਂ ਨੇ ਲੁੱਟਿਆ ਹੀ ਹੈ। ਲੇਕਿਨ ਜਦੋਂ ਮੈਂ ਇਹ ਕਹਿਣਾ ਸ਼ੁਰੂ ਕੀਤਾ ਯੈਸ ਆਈ ਐਮ ਟਰਾਂਸਜੈਂਡਰ, ਆਈ ਐਮ ਟਰਾਂਸ ਵੂਮਨ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਲੋਕਾਂ ਨੇ ਫਿਰ ਉਹੀ ਮੈਂ ਤੁਹਾਨੂੰ ਕਿਹਾ ਕਿ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨੀਆਂ। ਇਹਦੇ ਵਿੱਚ ਮੈਂ ਕਿਹੜਾ ਜ਼ੁਲਮ ਕਰ ਦਿੱਤਾ ਮੈਂ ਕਹਿ ਕੇ ਕਿ ਮੈਂ ਟਰਾਂਸ ਵੂਮਨ ਹਾਂ। ਸੋ ਨਾ ਸੁਪਰੀਮ ਕੋਰਟ ਤੱਕ ਅਸੀਂ ਪਹੁੰਚੇ। 2012 'ਚ ਅਸੀਂ ਸਾਰੇ ਟਰਾਂਸਜੈਂਡਰ ਦਿੱਲੀ 'ਚ ਇਕੱਠਾ ਹੋਏ। ਅਸੀਂ PIL ਦਾਇਰ ਕੀਤੀ, ਨਾਲਸਾ ਦੇ ਨਾਲ ਮਿਲ ਕੇ, ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਾਲ ਮਿਲ ਕੇ ਇੱਕ ਯਾਚਿਕਾ ਦਾਇਰ ਕੀਤੀ ਸਰਵੋੱਚ ਨਿਆਂਲय 'ਚ। 15 ਅਪ੍ਰੈਲ 2014 'ਚ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ ਗਿਆ। ਅਸੀਂ ਵੋਟ 2014 'ਚ ਹੀ ਇਲੈਕਸ਼ਨ ਹੋਏ, ਲੇਕਿਨ ਅਸੀਂ ਵੋਟ ਨਹੀਂ ਪਾਈ। 2019 'ਚ ਇਲੈਕਸ਼ਨ ਹੋਏ ਤਦ ਅਸੀਂ ਫਸਟ ਟਾਈਮ ਵੋਟ ਪਾਈ ਆਪਣੀ ਆਈਡੈਂਟੀਟੀ 'ਚ। ਔਰ ਇਹ ਸਾਰੀ ਚੀਜ਼ਾਂ ਫਿਰ ਅਸੀਂ ਕਿਹਾ ਕਿ ਸੁਪਰੀਮ ਕੋਰਟ ਨੇ ਜਜਮੈਂਟ ਤਾਂ ਦੇਤੀ, ਲੇਕਿਨ ਇਹ ਲਾਅ ਤਾਂ ਨਹੀਂ ਹੈ। ਫਿਰ ਅਸੀਂ ਪਾਰਲੀਮੈਂਟ 'ਚ ਕੋਸ਼ਿਸ਼ ਕੀਤੀ ਕਿ ਪਾਰਲੀਮੈਂਟ 'ਚ ਬਿੱਲ ਪਾਸ ਹੋ ਜਾਏ। ਚੰਡੀਗੜ੍ਹ 'ਚ ਮੈਂ ਆਪਣੇ ਰਿਪਰੈਜ਼ੈਂਟ ਕਰਦੀ ਰਹੀ ਸਾਰੇ। 2019 ਤੱਕ ਕਈ ਬਿੱਲ ਮਤਲਬ ਬਣੇ। ਫਿਰ ਅਸੀਂ ਓਬਜੈਕਸ਼ਨ ਕੀਤਾ ਕਿ ਇਹ ਬਿੱਲ ਸਹੀ ਨਹੀਂ ਹੈ, ਕਿਉਂਕਿ ਇਹ ਸਾਡੇ ਮੁਤਾਬਿਕ ਨਹੀਂ ਹੈ। 2019 ਵਿੱਚ ਫਿਰ ਬਹੁਤ ਸਾਰੀ ਪ੍ਰੋਬਲਮ ਕਰਦੇ, ਮਤਲਬ ਜਿਹੜੇ ਸਰਕਾਰ ਨੇ ਬਿੱਲ ਬਣਾਇਆ ਉਹਦੇ ਵਿੱਚ 70 ਜਗ੍ਹਾ ਕਾਫੀ ਸਾਰੀ ਪ੍ਰੋਬਲਮ ਸੀਗੀਆਂ। ਕਰਦੇ 10 ਜਗ੍ਹਾ ਉਹਨਾਂ ਨੇ ਮੰਨ ਲਿਆ ਕਿ 60 ਚੀਜ਼ਾਂ ਨੂੰ ਹਟਾ ਦਿੱਤਾ ਅਤੇ 10 ਉਹਨਾਂ ਨੇ ਰਹਿਣ ਦਿੱਤਾ ਕਿ ਨਹੀਂ ਇਹ ਰਹਿਣਗੀਆਂ। ਅਸੀਂ ਸੋਚਿਆ ਕਿ ਚਲੋ ਠੀਕ ਹੈ, ਐਟਲੀਸਟ ਬਿੱਲ ਤਾਂ ਪਾਸ ਹੋ।
2019 ਵਿੱਚ ਰਾਜ ਸਭਾ ਵਿੱਚ, ਫਿਰ ਲੋਕ ਸਭਾ ਵਿੱਚ ਪਾਸ ਹੋਇਆ ਐਂਡ 10 ਜਨਵਰੀ 2020 ਵਿੱਚ ਇਹ ਐਕਟ ਬਣਿਆ। ਫਿਰ ਸੈਪਟੰਬਰ ਵਿੱਚ ਅਗਸਤ ਸੈਪਟੰਬਰ 'ਚ ਆ ਕੇ ਰੂਲਸ ਬਣੇ ਐਂਡ ਸਾਡੇ ਕੋਲ ਹੁਣ ਐਕਟ ਹੈਗਾ, ਲਾਅ ਹੈਗਾ। ਬਟ ਉਹਦੇ ਵਿੱਚ ਬਹੁਤ ਸਾਰੀ ਪ੍ਰੋਬਲਮ, ਰੇਪ ਜਿਹੜਾ ਕਾਨੂੰਨ ਹੈ ਉਹ ਵੀ ਡਿਸਕ੍ਰਿਮੀਨੇਟਰੀ ਹੈ। ਰੇਪ ਸਾਡੇ ਨਾਲ ਹੁੰਦਾ ਹੈ ਅਤੇ ਉਹ ਔਰ ਫੀਮੇਲ ਦੇ ਨਾਲ ਜਿਹੜਾ ਰੇਪ ਹੋਏਗਾ ਉਹ ਇਕੁਅਲ ਨਹੀਂ ਟਰੀਟ ਕੀਤਾ ਜਾਏਗਾ। ਫੀਮੇਲ ਨਾਲ ਰੇਪ ਹੋਏਗਾ ਉਹਦੇ ਨਾਲ ਉਮਰ ਕੈਦ ਵੀ, ਫਾਂਸੀ ਦੀ ਸਜ਼ਾ ਵੀ ਹੈ। ਸਾਡੇ ਨਾਲ ਜਿਹੜਾ ਰੇਪ ਹੋਏਗਾ ਉਹਦੀ 6 ਮਹੀਨੇ ਦੀ ਔਰ 2 ਸਾਲ ਤੱਕ ਸਜ਼ਾ ਹੈਗੀ, 6 ਮਹੀਨੇ। ਸੋ ਇਹ ਵੀ ਡਿਸਕ੍ਰਿਮੀਨੇਸ਼ਨ ਹੈ ਕਿ ਰੇਪ ਤਾਂ ਰੇਪ ਹੈ, ਚਾਹੇ ਉਹ ਮੇਲ ਨਾਲ ਹੋ, ਫੀਮੇਲ ਨਾਲ ਹੋ, ਚਾਹੇ ਉਹ ਟਰਾਂਸ ਵੂਮਨ, ਟਰਾਂਸ ਮੈਨ, ਕਿਸੇ ਨਾਲ ਵੀ ਰੇਪ ਹੁੰਦਾ, ਰੇਪ ਇਜ਼ ਰੇਪ, ਉਹਦੀ ਸਜ਼ਾ ਇੱਕੋ ਤਰ੍ਹਾਂ ਦੀ ਹੋਣੀ ਚਾਹੀਏ। ਫਿਰ ਸਾਡੇ ਨਾਲ ਕੋਈ ਸਾਡੀ ਕੋਈ ਉਹ ਨਹੀਂ ਹੈ, ਰਿਜ਼ਰਵੇਸ਼ਨ ਨਹੀਂ ਹੈ, ਸਾਡਾ ਕੋਈ ਐਜੂਕੇਸ਼ਨ 'ਚ ਕਿਸੇ ਜਗ੍ਹਾ ਵੀ ਰਿਜ਼ਰਵੇਸ਼ਨ, ਜੌਬ 'ਚ ਰਿਜ਼ਰਵੇਸ਼ਨ ਨਹੀਂ ਹੈ। ਫਿਰ ਸਾਡੇ ਨਾਲ ਅਸੀਂ ਅਡੋਪਟ ਨਹੀਂ ਕਰ ਸਕਦੇ ਕਿਸੇ ਬੱਚੇ ਨੂੰ, ਅਸੀਂ ਬਲੱਡ ਡੋਨੇਸ਼ਨ ਨਹੀਂ ਕਰ ਸਕਦੇ, ਬਲੱਡ ਡੋਨੇਟ ਨਹੀਂ ਕਰ ਸਕਦੇ, ਅਸੀਂ ਕਈ ਤਰ੍ਹਾਂ ਦੀ ਫੈਸਿਲਿਟੀਜ਼ ਸਾਨੂੰ ਮਹਿਰੂਮ ਕੀਤਾ ਗਿਆ। ਸਿਰਫ ਇਨਸਾਨ ਮੰਨਿਆ ਗਿਆ ਕਿ ਤੁਸੀਂ ਆਪਣਾ ਬਾਕੀ ਜਿਸ ਤਰ੍ਹਾਂ ਬਾਕੀ ਲੋਕ ਕਰ ਰਹੇ, ਸਿਰਫ ਇੱਕ ਸਾਹ ਲੈਣ ਦਾ ਹੱਕ ਹੈ ਹਵਾ ਦੇ ਵਿੱਚ, ਇਸ ਤੋਂ ਇਲਾਵਾ ਸਾਰੇ ਹੱਕ ਮਾਰ ਲਏ। ਬਿਲਕੁਲ। ਔਰ ਇਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਕਿ ਜਿਸ ਤਰ੍ਹਾਂ ਤੁਸੀਂ ਕੰਨਿਆ ਬੇਟੀ ਬਚਾਓ ਬੇਟੀ ਪੜ੍ਹਾਓ ਕਰਦੇ ਹੋ ਅਤੇ ਟਰਾਂਸਜੈਂਡਰ ਨੂੰ ਵੀ ਤੁਸੀਂ ਅੱਗੇ ਵਧਾਓ। ਕੋਈ ਸਲੋਗਨ ਪ੍ਰਧਾਨ ਮੰਤਰੀ ਜੀ ਜਾਂ ਰਾਸ਼ਟਰਪਤੀ ਜਾਂ ਕੋਈ ਵੀ MLA ਖੜ੍ਹ ਕੇ ਬੋਲਦੇ ਹੈ ਭਾਈਓ ਬਹਿਨੋ, ਸਾਡੇ ਵਾਸਤੇ ਵੀ ਬੋਲਦੇ ਆ ਕਿ ਵੀ ਟਰਾਂਸਜੈਂਡਰ ਬਹਿਨੋ ਭਾਈਓ, ਹਮ ਵੀ ਤਾਂ ਉਨਕੇ ਆਵਾਮ ਹੈ, ਅਸੀਂ ਵੀ ਤਾਂ ਉਹਨਾਂ ਦੀ ਨਾਗਰਿਕ ਹੈ। ਸਾਨੂੰ ਜਦੋਂ ਸੰਬੋਧਿਤ ਨਹੀਂ ਕਰਨਗੇ, ਸਾਨੂੰ ਬੁਲਾ ਕੇ ਨਹੀਂ, ਸਾਨੂੰ ਸਾਡੇ ਵਾਸਤੇ ਕੋਈ ਵੀ ਇੱਕ ਸ਼ਬਦ ਵੀ ਨਹੀਂ ਬੋਲਣਗੇ, ਸਾਨੂੰ ਕਿਵੇਂ ਫੀਲ ਹੋਏਗਾ ਕਿ ਅਸੀਂ ਵੀ ਨਾਗਰਿਕ ਹਾਂ। ਸਾਡੇ ਵਾਸਤੇ ਵੀ ਤੁਸੀਂ ਭਾਈਓ ਔਰ ਬਹਿਨੋ ਬੋਲਦੇ ਹੈ ਅਤੇ ਸਾਡੇ ਵੀ ਟਰਾਂਸਜੈਂਡਰ ਵਾਸਤੇ ਵੀ ਬੋਲਦੇ ਹੋ ਵੀ ਤੁਸੀਂ ਵੀ ਸਾਡੇ ਨਾਗਰਿਕ ਹੋ। ਅਤੇ ਜਿਹੜੀ ਪਾਲਿਸੀਜ਼ ਬਣਦੀਆਂ ਉਹ ਪਹਿਲੇ ਮੇਲ ਔਰ ਫੀਮੇਲ ਦੀ ਪਾਲਿਸੀ ਬਣਦੀ ਹੈ, ਸਰਕਾਰ ਜਦੋਂ ਵੀ ਪਾਲਿਸੀ ਬਣਾਉਂਦੀ ਹੈ। ਜਦੋਂ ਬਾਅਦ 'ਚ ਉਹਨਾਂ ਨੂੰ ਸਮਝ ਆਉਂਦੀ ਕਿ ਕੋਈ ਆਵਾਜ਼ ਉਠਾਉਂਦਾ, ਉਹਨਾਂ ਨੂੰ ਲੱਗਦਾ ਉਹ ਅਸੀਂ ਤਾਂ ਇਹ ਕੀਤਾ ਨਹੀਂ, ਫਿਰ ਦੁਬਾਰਾ ਪਾਲਿਸੀ ਬਣਾਉਣਾ ਸ਼ੁਰੂ ਕਰ ਦਿੰਦੇ। ਤੁਸੀਂ ਸ਼ੁਰੂ ਤੋਂ ਹੀ 3 ਚੀਜ਼ਾਂ ਲੈ ਕੇ ਚਲੋ, ਮਰਦ, ਔਰਤ ਔਰ ਤ੍ਰਿਤੀय ਪ੍ਰਕਿਰਤੀ, ਥਰਡ ਨੇਚਰ, ਥਰਡ ਜੈਂਡਰ, ਤਿੰਨਾਂ ਵਾਸਤੇ ਇੱਕੋ ਜਿਹੀ ਪਾਲਿਸੀ ਬਣਾਓ ਸਾਰਿਆਂ ਵਾਸਤੇ। ਔਰ ਤੁਸੀਂ ਸੋਚਦੇ ਕਿ ਸਾਨੂੰ ਕੋਈ ਰਿਜ਼ਰਵੇਸ਼ਨ ਨਹੀਂ ਹੈ, ਰਿਜ਼ਰਵੇਸ਼ਨ ਤਾਂ ਤੁਹਾਨੂੰ ਦੇਣਾ ਚਾਹੀਦਾ, ਠੀਕ ਹੈ। ਰਿਜ਼ਰਵੇਸ਼ਨ ਅਸੀਂ ਪਹਿਲੇ ਵੀ ਲਾਈਨ ਵਿੱਚ ਲਾਸਟ ਵਿੱਚ ਖੜ੍ਹੇ ਸੀਗੇ, ਹੁਣ ਵੀ ਲਾਸਟ ਵਿੱਚ ਖੜ੍ਹੇ ਹੋਏ। ਸੋ ਮੈਂ ਪਹਿਲੇ ਵੀ ਸੋਚਿਆ ਕਿ ਮੈਂ ਮਰ ਜਾਊਂਗੀ ਭੁੱਖੀ, ਲੇਕਿਨ ਮੈਂ ਭੀਖ ਨਹੀਂ ਮੰਗਾਂਗੀ। ਔਰ ਮੈਂ ਕੁਛ ਦਿਨ ਬਾਅਦ ਹੀ ਛੱਡ ਦਿੱਤਾ। ਫਿਰ ਸਮੀਰਾ ਦੀਦੀ ਨੇ ਡੈਡੀ ਨਾਲ ਗੱਲ ਕੀਤੀ ਹੋਣੀ, ਸੋ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆਏ। ਉਹ ਬਹੁਤ ਬੁਰੇ, ਮਤਲਬ ਕੋਈ ਵੀ ਇਨਸਾਨ ਨਾ ਪੜ੍ਹ ਲਿਖ ਕੇ, ਇੱਕ ਹੁੰਦਾ ਨਾ ਅਨਪੜ੍ਹ ਇਨਸਾਨ, ਅਨਪੜ੍ਹ ਨੂੰ ਲੱਗਦਾ ਕਿ ਮੇਰੇ ਕੋਲ ਆਪਸ਼ਨ ਨਹੀਂ ਹੈ ਕੋਈ, ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈ, ਮੈਂ ਤਾਂ ਇਹ ਨੱਚਣਾ ਹੀ ਹੈ ਬਸ, ਹੋਰ ਕੀ ਕਰਨਾ। ਲੇਕਿਨ ਜਿਸ ਇਨਸਾਨ ਦੇ ਕੋਲ ਇੰਨੀ ਸਾਰੀ ਡਿਗਰੀਆਂ ਹੈ ਔਰ ਉਹ ਡਿਗਰੀਆਂ ਹੁੰਦੇ ਦੇ ਬਾਵਜੂਦ ਭੀਖ ਮੰਗ ਰਿਹਾ, ਅਤੇ ਇਟਸ ਨਾਟ ਸ਼ੇਮ ਫॉर ਮੀ, ਮੇਰੇ ਵਾਸਤੇ ਕੋਈ ਸ਼ਰਮ ਦੀ ਗੱਲ ਨਹੀਂ, ਸਰਕਾਰ ਜਾਂ ਸਮਾਜ ਵਾਸਤੇ ਸ਼ਰਮ ਦੀ ਗੱਲ ਹੈ। ਮੈਨੂੰ ਕੀ ਹੈ, ਮੈਂ ਤਾਂ ਉਹਨਾਂ ਦੇ ਬੂਹੇ ਅੱਗੇ ਨੱਚ ਲਾਂਗੀ। ਤੁਸੀਂ ਕਹਿੰਦੇ ਹੋ ਪੜ੍ਹ ਲਓ, ਅਸੀਂ ਪੜ੍ਹ ਲਿਆ ਹੈ ਨਾ। ਹੁਣ ਪੜ੍ਹ ਕੇ ਕੀ ਕੀਤਾ, ਹਿਜੜੇ ਕਹਿੰਦੇ ਤੂੰ ਮੈਨੂੰ ਪਹਿਲੇ ਕਹਿੰਦੇ ਜਦੋਂ 2016 'ਚ ਮੈਂ ਐਡਮਿਸ਼ਨ ਲਿੱਤੀ, ਹਿਜੜੇ ਕਹਿੰਦੇ ਨਾ ਪੜ੍ਹਾਈ ਕਰਕੇ ਤੂੰ ਕਿਹੜਾ DC ਬਣ ਜਾਣਾ ਹੈ ਨਾ। ਉਹ ਮੈਨੂੰ ਫਿਰ ਬਾਰ-ਬਾਰ ਸਮਝ ਆਇਆ ਕਿ ਮੈਂ ਸੱਚਮੁੱਚ ਇਹਨਾਂ ਨੇ ਕਿਹਾ ਸੀ DC, ਮੈਂ ਕਿਹੜਾ DC ਬਣ ਗਈ। ਬਟ ਮੈਂ ਸੋਚਦੀ ਮੈਂ ਇੰਨੇ ਲੋਕਾਂ ਦੀ ਇਹ, ਕਿਉਂਕਿ ਇਹ ਜੋ ਚੇਂਜ ਹੈ ਨਾ ਓਵਰਨਾਈਟ ਨਹੀਂ ਆਉਂਦਾ, ਇੱਕ ਰਾਤ 'ਚ ਤਾਂ ਆਉਣਾ ਨਹੀਂ। ਮੈਨੂੰ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਣੀ ਪੈਣੀ, ਮੈਂ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਹਾਂ ਕਿ ਮੇਰੇ ਵਾਸਤੇ ਮੇਰੇ ਜਿਹੇ ਜਿਹੇ ਲੋਕ ਕੁਰਬਾਨੀ ਦੇਣਗੇ। ਹੁਣ ਮੇਰੇ ਨਾਲ ਮੇਰੇ ਮੰਮੀ ਡੈਡੀ ਵੀ ਇੱਕ ਤਰ੍ਹਾਂ ਦੀ ਕੁਰਬਾਨੀ ਹੈ ਕਿ ਇਨਸਾਨ ਸਮਾਜ ਵਾਸਤੇ ਉਹ ਖੜ੍ਹ ਗਏ ਹੈ ਨਾ, ਫਾਈਟ ਕਰ ਰਹੇ ਹੈ। ਸੋ ਸਾਨੂੰ 1-2 ਜਨਰੇਸ਼ਨ ਦਾ ਫਾਈਟ ਕਰਨਾ ਪਏਗਾ, ਕੁਰਬਾਨੀਆਂ ਹੁੰਦੀਆਂ ਔਰ ਇੱਕ ਜਨਰੇਸ਼ਨ ਹੋਰ ਆਏਗੀ, 2 ਜਨਰੇਸ਼ਨ ਆਏਗੀ। 1871 ਵਿੱਚ ਅੰਗਰੇਜ਼ਾਂ ਨੇ ਇੱਕ ਲਾਅ ਬਣਾਇਆ ਸੀ, ਐਂਟੀ ਟਰਾਈਬਲ ਐਕਟ, ਉਹਦੇ ਵਿੱਚ ਸਾਨੂੰ ਕ੍ਰਿਮੀਨਲ ਘੋਸ਼ਿਤ ਕੀਤਾ ਸੀਗਾ ਐਂਟੀ ਟਰਾਈਬਲ ਐਕਟ 'ਚ। 1951 ਜਦੋਂ ਭਾਰਤ ਆਜ਼ਾਦ ਹੋਇਆ 1947 'ਚ, ਟਰਾਈਬਲ ਐਕਟ ਜਿਹੜਾ ਹੈ ਉਹ 1951 'ਚ ਖ਼ਤਮ ਹੋਇਆ। ਸਰਦਾਰ ਵੱਲਭ ਭਾਈ ਪਟੇਲ ਦੀ ਕਮੇਟੀ ਬਣੀ ਸੀਗੀ, ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹ ਐਕਟ ਖ਼ਤਮ ਹੋਇਆ, ਸਾਰੇ ਟਰਾਈਬਲਸ ਨੂੰ ਇਕੁਅਲ ਰਾਈਟਸ ਮਿਲ ਗਏ। ST 'ਚ ਉਹਨਾਂ ਨੂੰ ਰਿਜ਼ਰਵੇਸ਼ਨ ਵੀ ਮਿਲ ਗਿਆ, ਲੇਕਿਨ ਟਰਾਂਸਜੈਂਡਰ ਨੂੰ ਕੁਛ ਨਹੀਂ ਮਿਲਿਆ, ਟਰਾਂਸਜੈਂਡਰ ਨੂੰ ਰਿਕੋਗਨਾਈਜ਼ ਵੀ ਨਹੀਂ ਕੀਤਾ ਗਿਆ। ਥੈਂਕ ਗੋਡ ਬਾਬਾ ਸਾਹਿਬ ਅੰਬੇਡਕਰ ਦਾ
ਉਹਨਾਂ ਨੇ ਨਹੀਂ ਸੋਚਿਆ ਹੁਣ, ਲੇਕਿਨ ਸਾਡਾ ਜਿਹੜਾ ਸੰਵਿਧਾਨ ਹੈ ਉਹ ਜੈਂਡਰ ਨਿਊਟਰਲ ਬਣਿਆ। ਸੁਪਰੀਮ ਕੋਰਟ ਨੇ 2014 ਵਿੱਚ ਜਿਹੜਾ ਸਾਨੂੰ ਅਧਿਕਾਰ ਦੇ ਆਰਟੀਕਲ 14, ਆਰਟੀਕਲ 15, ਆਰਟੀਕਲ 19, ਆਰਟੀਕਲ 21 ਜੀਣ ਦਾ ਅਧਿਕਾਰ, ਆਰਟੀਕਲ 19 ਜਿਹੜਾ ਹੈ ਉਹ ਫਰੀडम ਆਫ ਐਕਸਪ੍ਰੈਸ਼ਨ ਹੈ, ਆਪਣੇ ਸਾਨੂੰ ਐਕਸਪ੍ਰੈਸ ਕਰਨ ਦਾ ਅਧਿਕਾਰ ਕਿ ਯੈਸ ਆਈ ਐਮ, ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੀ। ਆਰਟੀਕਲ 21 ਵੀ ਜੀਣ ਦਾ ਅਧਿਕਾਰ ਹੈ। ਸਾਰੇ ਇਹ ਆਰਟੀਕਲ ਕਰਕੇ ਹੀ ਸਾਨੂੰ ਉਹ ਅਧਿਕਾਰ ਮਿਲੇ ਹੈ। ਅਗਰ ਉਹ ਬਾਈਨਰੀ ਹੁੰਦੇ, ਮੇਲ ਫੀਮੇਲ ਵਾਲੇ ਹੁੰਦੇ, ਫਿਰ ਤੁਸੀਂ ਸੋਚੋ ਉਹ ਤਾਂ ਭਾਰਤ, ਉਹਦੇ ਵਿੱਚ ਤਾਂ ਇਹ ਲਿਖਿਆ ਨਾ भारत के नागरिक, भारत के नागरिक तो हम भी हैं, हम लोग जन्म लिया हैं यहाँ इस धरती पे। तो ਉਹ ਸੁਪਰੀਮ ਕੋਰਟ ਨੇ ਸਾਨੂੰ ਉਸ ਆਧਾਰ 'ਤੇ ਸਾਨੂੰ ਇੱਕ ਇਨਸਾਨ ਮੰਨਦੇ ਹੋਏ ਇੱਕ ਨਵਾਂ ਜੈਂਡਰ ਕੰਸਟਰਕਟ ਨਹੀਂ ਕੀਤਾ, ਕਿਉਂਕਿ ਆਲਰੇਡੀ ਰਿਕੋਗਨਾਈਜ਼ ਕੀਤਾ, ਕਿਉਂਕਿ ਵੇਦਾਂ ਦੇ ਵਿੱਚ, ਪੁਰਾਣਾ ਵਿੱਚ, ਉਪਨਿਸ਼ਦਾਂ ਵਿੱਚ ਆਲਰੇਡੀ ਥਰਡ ਜੈਂਡਰ ਹੈਗਾ। सो उन्होंने इस्टेब्लिश नहीं किया, उन्होंने रिकॉग्नाइज किया कि ये तो हज़ारों सालों से हमारे साथ हैं, हमारे साथ रहे हैं, मर्द और औरत के साथ, और मर्द और औरत के बीच में खड़े रहे हैं। हमने पेट्रियार्की, मर्द सत्ता को ललकारा है। हम लोगों ने भक्ति आंदोलन शुरू किया, हम लोगों ने सूफीज़म शुरू किया, हम लोगों ने देवदासी प्रथा शुरू की है। हम लोग भगवान शिव के दरबार में बैठने वाले पहले पार्षद थे किन्नर, गंधर्व और यक्ष। आदमी औरत के बारे में तो नहीं बोला जाता है, किन्नर, गंधर्व और यक्ष लोग थे। वो कहाँ चले गए? आप मंदिरों में इतना मत्था टेकते हो, भगवान शिव के दरबार में जाते हो और बाहर किन्नरों को भगा देते हो, उनको घर से निकाल। जब हम घर में रहते हैं तब तो हमें कोई पूछता नहीं, लेकिन जब हम घर से निकालते फिर हमें ढूंढते हैं कि उनको बुधवार आ गया, उनको पूजना है, किन्नर की छाया लगी है, बुध की छाया, उनसे दुआ लेनी है। लेकिन जब हम आपके घर में रहते तब तो हमें कोई पूछता नहीं, घर का जोगी जोगड़ा, बाहर का जोगी सिद्ध। जब आपके घर में, तब तो आप जब बाहर है तब फिर ढूंढते रहते किन्नरों को दान करना है। तो ये जो चीज़ें ना, इस सारी सोच से बदल के एक इंसान मानना, हम महात्मा बनना चाहते हैं ना हम नीच बनना चाहते हैं। हम चाहते हैं कि हम आम इंसान बने, जैसे आप लोग हैं वैसे ही बनना चाहते हैं। दुआ, दया, ये बद्दुआ, ये तो हर एक इंसान की अपनी इतनी श्रद्धा है। वो श्रद्धा, जैसे परमात्मा को पूजने वाले, किसी को भगवान पत्थर में नज़र आता है, किसी को नहीं आता, वो अपनी अपनी श्रद्धा है। जिसको लगता है किन्नर की, वो रिस्पेक्ट तो हर एक की करनी चाहिए, कि सिर्फ ये नहीं कि बट किसी को बुरा नहीं बोलना चाहिए। कबीर का एक दोहा है ना कि निर्बल को न सताए जाके मोटी हाय, बिना हाड़ और मांस के लौह भस्म हो जाए। तो ये जो चीज़ें हैं ना, किसी को, कोई गरीब इंसान, कोई मजलूम है, कोई किन्नर है, कोई भी किसी को बुरा कहेंगे तो वो तो बद्दुआ देगा, तो बुरा ही बोलेगा ना कि तूने मेरे साथ। ऐसे शिखंडी ने भी, शिखंडी को जब दुत्कार मिला, शिखंडी को बहुत कुछ बोला गया, तो उसने वही कहा कि मैं तुम्हारी मौत का कारण बनूंगी, भीष्म पितामह को। ऐसे ही ये हर समय ऐसे ही हुआ। द्रौपदी ने भी ऐसे किया। तो मतलब ਇਨਸਾਨ ਬਣਨ ਦੀ ਲੋੜ ਹੈ ਨਾ, ਇਨਸਾਨੀਅਤ ਦੇ ਨਜ਼ਰੀਏ ਨਾਲ ਸੋਚਣ ਦੀ ਲੋੜ ਹੈ। ਔਰ ਇਹ ਕੋਈ ਦਰਜਾ ਨਹੀਂ ਹਾਸਲ ਕਰਨ ਦੀ ਗੱਲ ਹੋ ਰਹੀ, ਇਹ ਆਲਰੇਡੀ ਇਨਸਾਨ ਹੈ। ਔਰ ਇਹ ਸਿਰਫ ਇਹ ਗੱਲ ਹੋ ਰਹੀ ਹੈ ਕਿ ਤੁਸੀਂ ਪਹਿਚਾਨੋ ਕਿ ਸਾਡੇ ਨਾਲ ਕੌਣ ਹੈ। ਇੱਥੇ ਵਿਤਕਰਾ ਨਾ ਕਰੋ, ਇੱਥੇ ਫਰਕ ਨਾ ਕਰੋ, ਕਿਉਂਕਿ ਜਿਵੇਂ ਸਾਹ ਤੁਸੀਂ ਲੈ ਰਹੇ ਹੋ ਉਵੇਂ ਹੀ ਇਹ ਲੈ ਰਹੇ ਨੇ। ਔਰ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਸਮਝ ਕੇ ਮਹਿਸੂਸ ਕਰੋ। ਜਿਵੇਂ ਕਿ ਤੁਸੀਂ ਗੱਲ ਕੀਤੀ ਨਾ ਕਿ ਜਦੋਂ ਪੜ੍ਹ ਲਿਖ ਜਾਂਦਾ ਇਨਸਾਨ, ਉਸ ਤੋਂ ਬਾਅਦ ਕਿਸੇ ਦੇ ਦਰਵਾਜ਼ੇ ਦੇ ਅੱਗੇ ਖੜ੍ਹ ਕੇ ਮੰਗਣਾ, ਸੋ ਇਹ ਤਾਂ ਕੋਈ ਵੀ ਇਨਸਾਨ ਮਹਿਸੂਸ ਕਰ ਸਕਦਾ ਹੈ ਕਿ ਆਪਣੇ ਆਪ ਨੂੰ ਕਿੰਨਾ ਗਿਰਿਆ ਹੋਇਆ ਜਾਂ ਕਿੰਨਾ ਮਜਬੂਰ ਮਹਿਸੂਸ ਹੁੰਦਾ ਹੈ। ਸੋ ਐਸੀ ਮੁਸ਼ਕਿਲਾਂ ਜਿਹੜੀਆਂ ਨੇ, ਮੈਂ ਇਹ ਦੁਆ ਕਰਾਂਗਾ ਕਿ ਅੱਗੇ ਤੋਂ ਤੁਹਾਨੂੰ ਫੇਸ ਨਾ ਕਰਨੀਆਂ ਪੈਣ ਜ਼ਿੰਦਗੀ ਦੇ ਵਿੱਚ ਕਦੀ ਵੀ। ਔਰ ਤੁਹਾਡੇ ਜੈਸੇ ਹੋਰ ਵੀ ਲੋਕ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਰਾਹ ਵੀ ਜਿਹੜੇ ਹੈ ਖੁੱਲ੍ਹਣ। ਔਰ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ ਉਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਔਰ ਤੁਸੀਂ ਬਹੁਤ ਅੱਛੇ ਐਫਰਟਸ ਜਿਹੜੇ ਨੇ ਕੀਤੇ ਨੇ। ਸੋ ਇੱਕ ਮਿਸਾਲ ਜਿਹੜੀ ਹੈ ਉਹ ਬਣ ਕੇ ਤੁਸੀਂ ਉੱਠ ਰਹੇ ਹੋ, ਸਮਾਜ ਨੂੰ ਬਦਲ ਰਹੇ ਹੋ। ਔਰ ਇਸੇ ਤਰੀਕੇ ਦੇ ਨਾਲ ਸਮਾਜ ਜਿਹੜਾ ਬਦਲੇ ਔਰ ਇੱਕ ਬਰਾਬਰੀ ਦਾ ਜਿਹੜਾ ਇੱਕ ਸਮਾਜ ਜਿਹੜਾ ਉਹ ਨਵਾਂ ਤਿਆਰ ਹੋਵੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਜੀ। ਤੇ ਮੈਂ ਵੀ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਆਪ ਜੀ ਦਾ ਵੀ ਔਰ ਆਪਣੇ ਮਾਤਾ ਪਿਤਾ ਦਾ ਵੀ। ਰੁਦਰ ਪ੍ਰਤਾਪ ਸਿੰਘ ਮੇਰੇ ਨਾਲ ਪਾਰਟਨਰ ਹੈ। ਉਹ ਟਰਾਂਸਮੈਨ ਵਾਸਤੇ ਲੋਕ ਘੱਟ ਹੀ ਜਾਣਦੇ ਹੈ, ਸਭ ਖੁਸਰਾ ਹਿਜੜਾ ਕਹਿੰਦੇ ਹੈ, ਕਿੰਨਰ ਕਹਿੰਦੇ ਹੈ। ਪਰ ਟਰਾਂਸਮੈਨ ਸ਼ਿਖੰਡੀ ਸੀਗੇ, ਸ਼ਿਖੰਡੀ ਟਰਾਂਸਮੈਨ ਸੀਗੇ। ਸੋ ਇਹਨਾਂ ਮਤਲਬ ਅਸੀਂ ਸਾਰੇ ਇੱਕ ਅੰਬਰੇਲਾ ਹੈ,
ਟਰਾਂਸਜੈਂਡਰ ਦਾ ਇੱਕ ਅੰਬ੍ਰੈਲਾ ਹੈ, ਉਸ ਦੇ ਵਿੱਚ ਬਹੁਤ ਸਾਰੇ ਟਰਾਂਸ ਵੂਮਨ, ਟਰਾਂਸ ਮੈਨ, ਨॉन ਬਾਈਨਰੀ ਲੋਕ ਆਉਂਦੇ ਹੈ। ਅਤੇ ਖੁਸਰਾ ਸਾਨੂੰ ਵੈਸੇ ਇਹ ਆਪਣੇ ਆਪ 'ਚ ਪਵਿੱਤਰ ਜਾਂ ਇੱਕ ਸ਼ਬਦ ਹੈ। ਖੁਸਰਾ ਖਵਾਜਾ ਸਰਾ ਤੋਂ ਬਣਿਆ, ਹਿਜੜਾ ਹਿਜਰ ਤੋਂ ਬਣਿਆ, ਐਂਡ ਕਿੰਨਰ ਇੱਕ ਨਰ ਦੇ अलग रूप के विच बना, किम नरह संस्कृत शब्द है, अलग तरह का आदमी। सो ये सारे नाम जो है ना वो हम लोगों ने रखे हैं और इन्हों लोग गलत यूज़ करते हैं गाल दे रूप च। सो मैं हमेशा लोगों तो यही एक्सपैक्ट करती हैं कि पीपल शुड रिस्पैक्ट एवरीवन एंड वी डोंट नीड एनी स्पैशल राइट्स, वी नीड ओनली एक्सेप्टेंस। एंड एक्सेप्टेंस होएगी असी सारे कुछ कर लेंगे दुनिया 'ਚ। ਅਸੀਂ ਸਾਰਾ ਹੁਣ ਵੀ ਕਰ ਹੀ ਰਹੇ, ਸਾਰਾ ਦਿਨ ਭੱਜ ਨੱਠ ਕੀਤਾ ਸਾਰੇ ਦੁਨੀਆ ਨੂੰ। ਅਸੀਂ ਜਿੰਨਾ ਕੋਈ ਨਹੀਂ ਕੰਮ ਕਰਦਾ ਇੰਨਾ ਮੈਂ ਸਾਰਾ ਦਿਨ ਭੱਜਦੀ ਨੱਠਦੀ ਹਾਂ, ਸਾਰਿਆਂ ਦੀ ਹੈਲਪ ਕਰਦੀ ਹਾਂ। ਜੋ ਜਿਸ ਨੂੰ ਹੈਲਪ ਹੈ, ਮਰਦ ਔਰਤ ਨਾਲ ਕੋਈ ਗਲਤ ਵਿਵਹਾਰ ਹੁੰਦਾ ਉਹਨਾਂ ਦੇ ਨਾਲ ਅਸੀਂ ਖੜ ਜਾਂਦੀਆਂ। ਸੋ ਹਰ ਜਗ੍ਹਾ ਮੈਂ ਖੜੀ ਹੁੰਦੀ ਹੈ ਐਂਡ ਸਾਡੇ ਨਾਲ ਕੋਈ ਹੁਣ ਸ਼ਾਇਦ ਖੜੇ ਹੋ ਰਹੇ ਹਨ ਹੌਲੀ ਹੌਲੀ, ਪਰ ਮੋਸਟਲੀ ਧਨੰਜੇ ਸਿਰਫ ਧਨੰਜੇ ਨੂੰ ਨਹੀਂ ਚਾਹੀਦੀ ਜੀ। ਮੈਂ ਚਾਹੁੰਦੀ ਸਾਰੇ ਟਰਾਂਸਜੈਂਡਰ, ਟਰਾਂਸ ਵੂਮਨ ਉਹਨਾਂ ਨੂੰ ਅੱਗੇ ਆ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਏ। ਐਂਡ ਟਰਾਂਸਜੈਂਡਰ ਨੂੰ ਵੀ ਕਹੂੰਗੀ ਉਹ ਵੀ ਬਾਹਰ ਆਉਣ, ਆਪਣੇ ਰਾਈਟਸ ਨੂੰ ਉਹਦੀ ਪਹਿਚਾਣ ਕਰਨ, ਆਪਣਾ ਦੇ ਰਾਈਟਸ ਬਾਰੇ ਜਾਣਨ, ਪੜ੍ਹਨ ਲਿਖਣ, ਅੱਗੇ ਵਧਣ ਅਤੇ ਸਮਾਜ ਵਿੱਚ ਇੱਕੋ ਹੀ ਘੁਲ ਮਿਲ ਕੇ ਰਹਿਣ ਸਾਰੇ ਲੋਕ। ਮੈਂ ਤਾਂ ਇਹ ਮੁਹਿੰਮ ਸ਼ੁਰੂ ਕਰੂੰਗਾ ਹੁਣ ਜੀ। ਥਾਂ ਥਾਂ 'ਤੇ ਮੈਂ ਇਹਨੂੰ ਆਪਣੇ ਸੋਸ਼ਲ ਜਿਹੜੀ ਗੈਦਰਿੰਗਸ ਨੇ ਉੱਥੇ ਲਿਜਾ ਕੇ ਬੁਲਾਉਣਾ, ਉੱਥੇ ਦੱਸਦਾ और people appreciate now, they have started appreciating। और ਮੈਨੂੰ ਉਮੀਦ ਹੈ ਵੀ ਬਦਲਾਅ ਹੋਊਗਾ ਔਰ ਜ਼ਰੂਰ ਹੋਊਗਾ। ਧਨੰਜੇ ਦੀ ਅਸੀਂ ਗੱਲ ਕਰੀਏ, ਸੋ ਧਨੰਜੇ ਚੌਹਾਨ ਨੇ ਉਹਨਾਂ ਨੇ ਆਪਣੀ ਪੜ੍ਹਾਈ ਵੀ ਕੀਤੀ। ਸੋ ਉਹਨਾਂ ਨੇ ਜਿਹੜਾ ਪੀਯੂ ਦੇ ਵਿੱਚ ਵੀ ਕਾਫੀ ਐਸੇ ਐਫਰਟਸ ਕੀਤੇ ਜਿੱਥੇ ਅਸੀਂ ਅੱਜ ਇਹ ਦੇਖਦੇ ਹਾਂ ਕਿ ਕਿਨਰਸ ਨੂੰ ਜਿੱਥੇ ਜਾਂ ਫਿਰ ਟਰਾਂਸਜੈਂਡਰਸ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਤਾਂ ਉਹਨਾਂ ਦੇ ਲਈ ਕੁਛ ਜਿਵੇਂ ਫੈਸਿਲਿਟੀਜ਼ ਨੇ ਉਹ ਵੀ ਨਹੀਂ ਹੈ। ਉਹਨਾਂ ਦੀ ਕੋਈ ਕਿਤੇ ਵੀ ਜਿਵੇਂ ਕੋਟਿਆਂ ਦੀ ਗੱਲ ਕਰਦੇ ਹਾਂ ਉੱਦਾਂ ਦਾ ਕੁਛ ਨਹੀਂ ਨਜ਼ਰ ਆਉਂਦਾ। ਸੋ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਇਸ ਚੀਜ਼ ਦੇ ਵੱਲ ਕਿ ਇਹ ਪੜ੍ਹ ਵੀ ਸਕਦੇ ਨੇ, ਸਮਾਜ ਦਾ ਬਰਾਬਰ ਹਿੱਸਾ ਬਣ ਸਕਦੇ ਨੇ। ਸੋ ਇਸ ਦੇ ਲਈ ਵੀ ਤੁਸੀਂ ਕੁਛ ਅੱਗੇ ਪਲਾਨ ਕੀਤਾ ਹੈ? ਸਰਕਾਰ ਨੂੰ ਤਾਂ ਮੈਂ ਸਰਕਾਰ ਸਮਝਦਾ ਹੀ ਨਹੀਂ ਇਸਨੂੰ। ਇਹਨਾਂ ਦਾ ਲੋਕਾਂ ਪ੍ਰਤੀ ਤਾਂ ਕੋਈ ਸੋਚ ਹੈ ਹੀ ਨਹੀਂ। ਇਹ ਤਾਂ ਸੱਤਾ 'ਚ ਰਹਿਣਾ ਚਾਹੁੰਦੇ ਨੇ, ਦਿਸ ਵੇ ਔਰ ਦੈਟ ਵੇ। ਲੋਕਾਂ ਨੂੰ ਜਿੰਨਾ ਬੇਵਕੂਫ ਬਣਾਇਆ ਜਾਵੇ ਉਨਾ ਹੀ ਸੱਤਾ ਜਲਦੀ ਮਿਲਦੀ ਹੈ ਜੇ ਲੋਕਾਂ ਨੂੰ ਸਮਝ ਆ ਜਾਏ। ਅਦਰਵਾਈਜ਼ ਅੱਜ ਤੱਕ ਇੰਨੇ ਬੰਦੇ 80 ਕਰੋੜ ਬੰਦਿਆਂ ਨੂੰ ਸਾਡਾ ਮੋਦੀ ਜੀ ਕਹਿ ਰਹੇ ਨੇ ਮੈਂ ਮੁਫਤ, ਇਹ ਭਿਖਾਰੀ ਨੇ, ਮੁਫਤ ਭਾਸ਼ਣ ਦਿੰਦੇ, ਮੁਫਤ ਰਾਸ਼ਨ ਦਿੰਦੇ ਇਹਨਾਂ ਨੂੰ ਰਾਸ਼ਨ ਖਰੀਦਣ ਦੇ ਕਾਬਿਲ ਬਣਾਓ ਔਰ ਟੈਕਸ ਵੀ ਦੇਣ ਤੁਹਾਨੂੰ। ਹੁਣ ਬਿਜਲੀ ਮਾਫ ਕਰਤੀ ਜੀ ਇਹਨੇ ਪੰਜਾਬ ਦੇ, ਉਹ ਬਿਜਲੀ ਜਿਹੜੀ ਹੈ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਮਾਫ ਕਰੋ। ਬਾਦਲ ਨੂੰ ਵੀ ਮਾਫ ਹੈ ਔਰ ਵੱਡੇ ਜਿਹੜੇ ਜ਼ਗੀਰਦਾਰ ਨੇ ਉਹਨਾਂ ਨੂੰ ਵੀ ਮਾਫ ਹੈ। ਉਹਦੇ 'ਚ ਮੇਰੇ 'ਚ ਕੀ ਫਰਕ ਹੋਇਆ ਫਿਰ ਜੀ? ਜਿਹਨੇ ਇਸਤੇਮਾਲ ਹੀ 200-250 ਲੀਟਰ ਕਰਨੀ ਹੈ, ਯੂਨਿਟ ਕਰਨੀ ਹੈ, ਉਹਨੂੰ ਮਾਫ ਕਰੋ। ਜਿਨ੍ਹਾਂ ਨੇ 10,000 ਕਰਨੀ ਉਹਨੂੰ ਵੀ 300 ਕੱਢ ਦਿਓ ਉਹਦੇ 'ਚ। ਵਾਟ ਡਜ਼ ਇਟ ਮੀਨ? ਮੇਰਾ ਪੈਸਾ ਹੈ ਉਹ, ਮੈਂ ਟੈਕਸ ਦਿੰਦਾ। ਗਰੀਬ ਆਦਮੀ ਟੈਕਸ ਦਿੰਦੇ ਨੇ, ਉਹ ਤਾਂ 5% ਟੈਕਸ ਦਿੰਦੇ ਨੇ ਸਾਰਾ ਹੀ। ਬਾਕੀ ਦਾ ਟੈਕਸ ਤਾਂ ਥੱਲੇ ਵਾਲੇ ਲੋਕ ਨੇ। ਮਾਚਿਸ ਖਰੀਦਦਾ, ਸਬਜ਼ੀ ਖਰੀਦਦਾ, ਪਾਣੀ ਖਰੀਦਦਾ, ਅੰਡਾ ਖਰੀਦਦਾ, ਹਰ ਥਾਂ 'ਤੇ ਟੈਕਸ ਦਿੰਦਾ। ਉਹ ਟੈਕਸ ਉਹ ਖਾ ਰਹੇ ਨੇ। ਇਸ ਕਰਕੇ ਇਹ ਸਰਕਾਰਾਂ ਨੇ ਤਾਂ ਲੋਕ ਉੱਠਣਗੇ ਫਿਰ ਇਹ ਕੋਈ ਕਿਸੇ ਪਾਸੇ ਬਣੂ। ਕਿੰਨਾ ਸਮਾਜ ਹੀ ਉੱਠੂਗਾ ਹੁਣ, ਮੈਨੂੰ ਪੂਰਾ ਯਕੀਨ ਹੋ ਗਿਆ। ਉੱਠਣਗੇ ਜੀ ਔਰ ਉੱਠਣਗੇ। ਅਤੇ ਬਾਕੀ ਬਾਹਰਲੇ ਮੁਲਕਾਂ 'ਚ ਹੁਣ ਕਿੰਨਾ ਕੋਈ ਉਹ ਨਹੀਂ ਸੋਚਦੇ ਵੀ ਕੌਣ ਹੈ, ਕੋਈ ਕੁਛ ਨਹੀਂ ਸੋਚਦੇ। ਅੱਜ ਬੱਚਾ ਜੰਮਿਆ, ਅੱਜ ਹੀ ਉਹ ਸਿਟੀਜ਼ਨ ਹੈ ਉਸ ਮੁਲਕ ਦਾ, ਉਹਦੇ ਪੇਪਰ ਬਣ ਜਾਂਦੇ ਨੇ। ਇੱਥੇ 2015 'ਚ 2014 'ਚ ਸੁਪਰੀਮ ਕੋਰਟ ਨੇ ਵੀ ਫੈਸਲਾ ਕੀਤਾ। ਲੋਕ ਸੁਪਰੀਮ ਕੋਰਟ 'ਚ ਗਏ, ਉੱਥੋਂ ਫੈਸਲਾ ਹੋਇਆ ਵੀ ਇਹਨਾਂ ਨੂੰ ਬਰਾਬਰੀ ਦੇ ਹੱਕ ਦਿਓ। ਇਹਨਾਂ ਸਰਕਾਰਾਂ ਤੋਂ ਕੀ ਆਸ ਰੱਖਦੇ ਜੀ? ਸੋ ਹੁਣ ਅਗਰ ਗੱਲ ਜਿਵੇਂ ਕਰੀਏ ਕਿ ਕੁਛ ਇੱਕ ਫਿਲਮਾਂ ਵੀ ਆਈਆਂ, ਜਿਵੇਂ ਕਿ ਆਪਣੇ ਪੰਚਕੂਲਾ ਦੇ ਹੀ ਰਹਿਣ ਵਾਲੇ ਆਯੁਸ਼ਮਾਨ ਖੁਰਾਨਾ, ਉਹਨਾਂ ਨੇ ਇੱਕ ਐਫਰਟ ਕੀਤਾ। ਚੰਡੀਗੜ੍ਹ ਕਰੇ ਆਸ਼ਕੀ ਨਾਮ ਤੋਂ ਇੱਕ ਫਿਲਮ ਆਈ। ਸੋ ਉਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਹਾਈਲਾਈਟ ਕੀਤਾ। ਬਹੁਤ ਹੀ ਸੈਂਸਿਟਿਵ ਮੁੱਦਾ ਹੈ ਪਰ ਬੜੇ ਲੈਵਲ ਦੇ ਉੱਤੇ ਉਹਨਾਂ ਨੇ ਉਭਾਰ ਕੇ ਸਾਹਮਣੇ ਰੱਖਿਆ। ਸੋ ਸ਼ਾਇਦ ਮੈਂ ਨਹੀਂ ਜਾਣਦਾ ਕਿ ਤੁਸੀਂ ਫਿਲਮ ਦੇਖੀ ਹੈ ਜਾਂ ਨਹੀਂ ਇਸ ਦੇ ਬਾਰੇ। ਹਾਂਜੀ, ਆਯੁਸ਼ਮਾਨ ਨਾਲ ਗੱਲ ਵੀ ਕੀਤੀ ਹੈ ਮੈਂ। ਅੱਛਾ ਜੀ। ਮੈਨੂੰ ਉਹਨਾਂ ਦਾ ਫੋਨ ਆਇਆ ਸੀ ਜੀ।
ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਸੀ ਵੀ ਮੈਂ ਫਿਲਮ ਬਣਾ ਕੇ ਬਹੁਤ ਵੱਡਾ ਮਾਰਕਾ ਮਾਰਤਾ, ਪਰ ਮੈਂ ਜਦੋਂ ਤੁਹਾਡੇ ਵਾਲੀ ਖਬਰ ਸਮਝਿਆ ਵੀ ਮਾਰਕਾ ਤਾਂ ਇਹ ਹੈ, ਉਹ ਇਹਦੇ ਪੈਰ ਵਰਨ ਦੇ ਬਰਾਬਰ ਨਹੀਂ ਮੇਰੀ ਫਿਲਮ। ਉਹਨੇ ਕਿਹਾ ਮੈਂ ਆਈ ਵਿਲ ਕਮ ਟੂ ਯੂ, ਮੈਂ ਡਾਕੂਮੈਂਟਰੀ ਤੁਹਾਡੇ ਤੇ ਬਣਾਉਂਗਾ ਔਰ ਇੱਥੋਂ ਆਪਾਂ ਜੰਗ ਸ਼ੁਰੂ ਕਰਾਂਗੇ। ਮੈਂ ਕਿਹਾ ਮੋਸਟ ਵੈਲਕਮ। ਬਹੁਤ ਵਧੀਆ ਗੱਲ। ਮੈਂ ਤੇ ਇਹ ਸੋਚ ਰਿਹਾ ਸੀਗਾ ਕਿ ਇਹ ਹੋਰ ਵੀ ਸੁਣ ਕੇ ਅੱਛਾ ਲੱਗਿਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਸਮਾਜ ਬਾਰੇ ਸੋਚਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਅਪ ਟੂ ਡੇਟ ਵੀ ਹੋ। ਸੋ ਯਾਨੀ ਕਿ ਇਹ ਨਹੀਂ ਹੈ ਕਿ ਇੱਕ ਫਿਲਮ ਆਈ ਹੈ ਸੋ ਕਈ ਵਾਰ ਹੁੰਦਾ ਨਾ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ, ਪਰ ਤੁਸੀਂ ਬਿਲਕੁਲ ਉਸ ਦੀ ਜਾਣਕਾਰੀ ਰੱਖੀ ਹੈ ਔਰ ਤੁਸੀਂ ਗੱਲ ਵੀ ਕੀਤੀ ਹੈ ਸਰ। ਬਹੁਤ ਵਧੀਆ ਲੱਗਿਆ ਇਸ ਗੱਲ ਨੂੰ ਜਾਣ ਕੇ। ਔਰ ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਦਾ ਇੰਨਾ ਥੈਂਕਸ ਜ਼ਰੂਰ ਕਰਾਂਗੇ ਕਿ ਉਹਨਾਂ ਨੇ ਇੱਕ ਵੱਡੇ ਲੈਵਲ ਦੇ ਉੱਤੇ ਇੱਕ ਐਡਾ ਵੱਡਾ ਕੀ ਉਹਨਾਂ ਨੇ ਬਹੁਤ ਵੱਡੀ ਐਫਰਟ ਕੀਤੀ ਹੈ। ਇਟ ਇਜ਼ ਵਰਥ ਪ੍ਰੇਜ਼ਿੰਗ ਔਰ ਰਾਹ ਦਿਖਾਇਆ ਹੈ ਲੋਕਾਂ ਨੂੰ, ਅਦਰਵਾਈਜ਼ ਅੱਧੀ ਦੁਨੀਆ ਨੂੰ ਤਾਂ ਪਤਾ ਹੀ ਨਹੀਂ ਸੀ ਜੀ। ਉਹਨਾਂ ਨੂੰ ਇਹਨਾਂ ਦੀ ਤਕਲੀਫਾਂ ਦਾ ਨਹੀਂ ਸੀ ਪਤਾ। ਉਹ ਤਾਂ ਸਮਝਦੇ ਵੀ ਵਧੀਆ ਨੇ ਇਹ ਬੰਦੇ। ਔਰ ਦੇਖੋ ਕਹਿਣਗੇ ਦੁਆ ਦਿਓ ਜੀ ਪਰਮਾਤਮਾ ਸਾਨੂੰ ਤਰੱਕੀ ਬਖਸ਼ੂਗਾ, ਪਰ ਘਰੋਂ ਬਾਹਰ ਨਿਕਲ ਜਾਓ। ਯਾਨੀ ਕਿ ਇਹ ਪਤਾ ਹੈ ਕਿ ਦੁਆਵਾਂ ਦੇ ਵਿੱਚ ਅਸਰ ਹੈ। ਤੁਸੀਂ ਕੀ ਕਹੋਗੇ ਮੈਮ ਇਸ ਬਾਰੇ? ਅਸੀਂ ਵੀ ਬਸ ਬੱਚਿਆਂ ਨੂੰ ਸਾਰਿਆਂ ਨੂੰ ਕਹਿੰਦੇ ਆ, ਵੱਡਿਆਂ ਨੂੰ ਵੀ ਕਿ ਸੋਚ ਬਦਲੋ, ਆਪਣੀ ਸੋਚ ਬਦਲ ਕੇ ਇਹਨਾਂ ਨੂੰ ਅਪਣਾਓ, ਇਹਨਾਂ ਦਾ ਵੀ ਭਲਾ ਹੋਵੇ, ਸਾਡਾ ਵੀ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਕੋਲ ਬੱਚੇ ਰਹਿਣ, ਤਾਂ ਇਹ ਬਹੁਤ ਅੱਛੀ ਗੱਲ ਹੈ ਕਿ ਬੱਚਿਆਂ ਦੇ ਇਹ ਜਿਹੜੇ ਹੈਗੇ ਇਹਨਾਂ ਨੂੰ ਅਪਣਾਓ ਅਤੇ ਆਪਣੀ ਜੋ ਸੋਚ ਬਦਲਦੇ ਰਹੋ, ਬੱਚਿਆਂ ਨੂੰ ਨਾਲ ਲਿਓ। ਨਹੀਂ ਤਾਂ ਐਸੀ ਕੋਈ ਗੱਲ ਨਹੀਂ ਹੈ ਕਿ ਇਹਨਾਂ 'ਚ ਕੋਈ ਨੁਕਸ ਹੈ। ਸਭ ਮੈਂਟਲੀ ਹਰ ਤਰ੍ਹਾਂ ਨਾਲ ਇਹ ਬਿਲਕੁਲ ਠੀਕ ਨੇ ਜੀ। ਸੋ ਉਸ ਤੋਂ ਬਾਅਦ ਜਦੋਂ ਤੋਂ ਜੇ ਅੱਜ ਮੀਟਿੰਗ ਤੇ ਗਈ ਹੋਈ ਹੈ ਕਿਤੇ, ਮੈਂ ਉਹਦੇ ਅੰਦਰ ਬੈਠ ਕੇ ਸੋਚਦਾ ਹੁਣ ਇਹ। ਅਦਰਵਾਈਜ਼ ਜੇ ਉਹ ਇੱਥੇ ਸਾਡੇ ਅਡਾਪਸ਼ਨ ਨਾ ਹੋਈ ਹੁੰਦੀ, ਸਾਡੇ ਕੋਲ ਨਾ ਹੋਈ ਹੁੰਦੀ, ਤਾਂ ਉਹਨੇ ਜਦੋਂ ਚਲੀ ਜਾਊਂ ਜਿੱਥੇ ਚਲੀ ਜਾਊਂ ਕੋਈ ਬਾਤ ਨਹੀਂ। ਉਹਨੂੰ ਮੈਂ 3 ਦਫਾ ਪੁੱਛਿਆ, ਬੇਟੇ ਤੇਰਾ ਹਾਈ ਬਲੱਡ ਪ੍ਰੈਸ਼ਰ ਗੜਬੜ ਸੀ, ਕੀ ਹਾਲ ਹੈ ਹੁਣ, ਖਾ ਲਿਆ ਕੁਛ, ਕਦੋਂ ਆਏਂਗੀ? ਉਹਨੂੰ ਕੌਨਫੀਡੈਂਸ ਕ੍ਰੀਏਟ ਹੁੰਦਾ। ਤਿਆਰ ਹੋਣ 'ਚ ਵੀ ਦੇਰ ਹੋ ਜੇ ਤਾਂ ਵੀ ਬੇਟੇ ਉੱਪਰ ਰਹਿੰਦੇ ਇਹ, ਤਾਂ ਪੁੱਛਦੇ ਹਾਂ ਅਸੀਂ ਵੀ ਕੀ ਗੱਲ ਲੇਟ ਹੋ ਗਈ। ਇੱਕ ਇੰਟਰਵਿਊ ਦੇ ਵਿੱਚ ਧਨੰਜੇ ਨੇ ਵੀ ਦੱਸਿਆ ਕਿ ਮੈਂ ਕਿਤੇ ਬਾਹਰ ਸੀ ਤੇ ਲੇਟ ਹੋ ਗਏ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਟਾਈਮ ਲੱਗ ਜਾਣਾ, ਪਰ ਤੁਸੀਂ ਕਿਹਾ ਕਿ ਜਦੋਂ ਤੱਕ ਤੁਸੀਂ ਨਹੀਂ ਆਉਂਦੇ ਉਦੋਂ ਤੱਕ ਅਸੀਂ ਖਾਣਾ ਨਹੀਂ ਖਾਵਾਂਗੇ, ਕਿਉਂਕਿ ਆਪਾਂ ਇੱਕ ਪਰਿਵਾਰ ਹੈ। ਸੋ ਜ਼ਰੂਰੀ ਹੈ ਕਿ ਇਕੱਠੇ ਬੈਠ ਕੇ ਖਾਈਏ। ਸੋ ਇੱਕ ਇਹ ਸੋਚਣਾ ਵੀ ਨਾ ਕਿ ਆਪਾਂ ਘਰ ਜਾ ਰਹੇ ਹਾਂ, ਸੋ ਇਹ ਵੀ ਬਹੁਤ ਬੜੀ ਫੀਲਿੰਗ ਹੁੰਦੀ ਹੈ। ਔਰ ਜਦੋਂ ਤੁਸੀਂ ਘਰ ਤੋਂ ਕਿਤੇ ਦੂਰ ਰਹਿੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਇਸ ਦਾ ਅੰਦਾਜ਼ਾ ਲਗਾ ਦਿਸ ਇਜ਼ ਲਾਈਫ। ਜੋ ਤੁਹਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ, ਫਿਰ ਤਾਂ ਤੁਹਾਡੇ ਡੰਗਰ 'ਚ ਕੀ ਫਰਕ ਹੈ? ਸਮਝਾਏਗਾ। ਅੱਛਾ ਕਈ ਕਹਿਣਗੇ ਜੀ ਇਹ ਜੇ ਘਰ 'ਚ ਰਹਿਣ ਤਾਂ ਸ਼ਰਾਬ ਹੈ ਕਰਨ, ਉਹ ਗਾਹਾਂ ਉਹ ਜੰਮਣਗੇ। ਕਮਾਲ ਦੀ ਗੱਲ ਹੈ। ਚਿੜੀਆ ਘਰ 'ਚ ਇੱਕ ਬੰਦਾ ਸਰਵਿਸ ਕਰਦਾ ਸਾਰੀ ਉਮਰ, ਉਹ ਰਿਛ ਬਣ ਜਾਂਦਾ, ਬਾਂਦਰ ਬਣ ਜਾਂਦਾ, ਬੰਦਾ ਹੀ ਰਹਿੰਦਾ। ਸੋ ਇੱਕ ਸੋਚ ਦੀ ਗੱਲ ਹੈ। ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ। ਇਹ ਤਾਂ ਬਹੁਤ ਹੀ ਇੱਕ ਇਮਾਨਦਾਰ ਬੰਦੇ ਦਾ ਸਾਥ ਤੁਹਾਨੂੰ ਮਿਲਦਾ ਹੈ, ਇੱਕ ਲਾਇਲ ਬੰਦੇ ਦਾ ਸਾਥ ਮਿਲਦਾ ਹੈ, ਜਿਹੜਾ ਉਹ ਚਾਹੁੰਦਾ ਹੈ ਵੀ ਮੈਨੂੰ ਸਾਥ ਦੇਣ। ਇੱਕ ਦੇਖੋ, ਇੱਕ ਕਿਸੇ ਦੀ ਮਦਦ ਕਰਨਾ ਇੱਕ ਗੱਲ ਹੈ, ਇੱਕ ਉਹ ਬੰਦਾ ਵੀ ਚਾਹੁੰਦਾ ਹੋਵੇ ਮੇਰੀ ਮਦਦ ਕਰੋ, ਔਰ ਬੰਦਾ ਇੱਕ ਦਿਲੋਂ ਮਦਦ ਕਰਦਾ, ਕਿੱਡਾ ਵਧੀਆ ਮੇਲ ਹੈ। ਇਸ ਕਰਕੇ ਇਹ ਲੋਕਾਂ ਦੀ ਸੋਚ ਬਦਲਣੀ, ਆਮ ਸ਼ੋਰ ਬਦਲੂਗੀ ਜੀ। ਅੱਛਾ, ਜਿਵੇਂ ਕਿ ਤੁਸੀਂ ਇੱਕ ਕਦਮ ਚੁੱਕਿਆ, ਇਦਾਂ ਦਾ ਅਗਰ ਕੋਈ ਕਦਮ ਵੀ ਚੁੱਕਣਾ ਚਾਹੇ ਤਾਂ ਇਹਦੇ ਲਈ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਤਾਂ ਕਿ ਦਰਸ਼ਕਾਂ ਤੱਕ ਵੀ ਇਹ ਗੱਲ ਪਹੁੰਚੇ ਕਿ ਜਿਹੜੀ ਅਡਾਪਸ਼ਨ ਹੈਗੀ ਹੈ ਤੁਸੀਂ ਕੋਈ ਲੀਗਲ ਪ੍ਰੋਸੈਸ ਦੇ ਨਾਲ ਕੀਤੀ ਹੈ ਜਾਂ ਕਿਵੇਂ ਕੀਤਾ ਹੈ? ਨਹੀਂ, ਕੋਈ ਲੀਗਲ ਪ੍ਰੋਸੈਸ ਨਹੀਂ ਕੀਤਾ। ਦੇ ਆਰ ਮੈਂਬਰਸ ਆਫ ਦੀ ਆਵਰ ਫੈਮਿਲੀ। ਉਹਨਾਂ ਨੂੰ ਕੋਈ ਚੀਜ਼ ਕਿਤੋਂ ਖਰੀਦਣ ਦੀ ਲੋੜ ਨਹੀਂ, ਕੋਈ ਚੀਜ਼ ਕਰਨ ਦੀ ਲੋੜ ਨਹੀਂ। ਸਾਰਾ ਕੁਝ ਸਾਡਾ ਕਿਚਨ ਉਹਨਾਂ ਦਾ ਕਿਚਨ ਹੈ, ਸਾਡਾ ਟੇਬਲ ਉਹਨਾਂ ਦਾ ਟੇਬਲ ਹੈ, ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ। ਇਹ ਤਾਂ ਮਨ ਦੀ ਤਕੜਾ ਹੋਣ ਦੀ ਗੱਲ ਹੈ ਬੇਟੇ ਜੀ। ਜੇ ਨਹੀਂ ਮਨ ਤਕੜਾ ਤਾਂ ਅਡਾਪਸ਼ਨ ਲੀਗਲ ਕਰਕੇ ਵੀ ਨਹੀਂ ਕਰਦੇ। ਇਹ ਤਾਂ ਅਸੀਂ ਵੈਸੇ ਪ੍ਰੋਮਿਸ ਕੀਤਾ ਹੈ ਤਾਂ ਸੱਚਾ ਕਰਾਂਗੇ। ਇਟ ਇਜ਼ ਅਬਵ ਲੀਗਲ, ਮੋਰ ਦੈਨ ਲੀਗਲ। ਤੇ ਕੋਈ ਐਸੀ ਗੱਲ ਨਹੀਂ। ਜਿਵੇਂ ਉਹ ਇੱਕ ਸਿਰਫ ਕਹਿੰਦੇ ਨੇ ਕਿ ਇੱਕ ਡਿਕਲੇਰੇਸ਼ਨ ਹੁੰਦੀ ਹੈ ਜੋ ਤੁਸੀਂ ਇਦਾਂ ਪ੍ਰੋਸੈਸ ਨਾਲ ਕਰਦੇ ਹੋ, ਪਰ ਅਸਲੀ ਕਮਿਟਮੈਂਟ ਜਿਹੜੀ ਹੈ, ਜਿਹੜੀ ਜ਼ੁਬਾਨ ਦੇਣਾ, ਉਹ ਤਾਂ ਦਿਲ ਤੋਂ ਹੈ। ਹਾਂ, ਜੇ ਅਸੀਂ ਤਾਂ ਆਈ ਚੈਲੰਜ, ਓਪਨ ਚੈਲੰਜ ਹੈ। ਕੋਈ ਜੇ ਕਿਸੇ ਨੂੰ ਇਹ ਇਤਰਾਜ਼, ਅਸੀਂ ਲੀਗਲ ਕਰ ਦਿੰਦੇ ਹਾਂ। ਠੀਕ ਹੈ ਸਰ। ਇਹਦੇ 'ਚ ਕੀ ਗੱਲ ਹੈ? ਘਰ ਦੇ ਵਿੱਚ ਜਦੋਂ ਤੋਂ ਇਹ ਦੋਵੇਂ ਹੈਗੇ ਨੇ, ਸੋ ਉਸ ਤੋਂ ਬਾਅਦ ਕੀ
ਅਲੱਗ ਮਹਿਸੂਸ ਕਰਦੇ ਹੋ, ਸੋ ਕੀ ਫੀਲਿੰਗ ਹੈ? ਕੌਨਫੀਡੈਂਸ ਹੈ ਸਾਨੂੰ, ਵੀ ਆਰ ਫੀਲਿੰਗ ਹੈਪੀ। ਔਰ ਜਾਣ ਲੱਗੇ ਉਹ ਮਿਲ ਕੇ ਜਾਂਦੇ ਨੇ, ਅਸੀਂ ਸਵੇਰੇ ਉਡੀਕਦੇ ਹਾਂ ਵੀ ਚਾਹ ਪੀ ਲਓ। ਭਾਵੇਂ ਉਹਨਾਂ ਦੀ ਚਾਹ ਪੀਣ ਦਾ ਹੋਰ ਤਰੀਕਾ ਸਾਡਾ ਹੋਰ ਹੈ, ਹੌਲੀ ਹੌਲੀ ਸਾਰਿਆਂ ਦਾ ਇੱਕ ਹੋ ਜੂ ਜੀ। ਕੋਈ ਐਸੀ ਗੱਲ ਨਹੀਂ। ਤੁਸੀਂ ਕੀ ਫੀਲ ਕਰਦੇ ਹੋ? ਹਾਂਜੀ ਬਸ ਇਹੀ ਹੈ ਬੇਟੇ ਕਿ ਬੱਚਿਆਂ ਵਾਂਗੂ ਅਸੀਂ ਰੱਖਦੇ ਹਾਂ ਔਰ ਬੱਚਿਆਂ ਦੀ ਤਰ੍ਹਾਂ ਹੀ ਉਹਨਾਂ ਦਾ ਖਿਆਲ ਹੈ। ਜੇ ਉਹ ਅੱਜ ਜਾਣ ਲੱਗੀ ਕਹਿੰਦੀ ਸੀ ਕਿ ਮੈਂ ਪਿੱਛੋਂ ਬੰਦ ਕਰ ਜਾ, ਮੈਂ ਕਿਹਾ ਨਾ ਬੇਟੇ ਇੱਧਰੋਂ ਦੀ ਜਾਓ ਔਰ ਪਤਾ ਲੱਗੇ ਸਾਨੂੰ ਵੀ ਜਦੋਂ ਤੁਸੀਂ ਆਓਗੇ ਅਸੀਂ ਵੈਲਕਮ ਕਰਦੇ, ਬੇਟੇ ਪਾਣੀ ਪੀ ਲੈ, ਬੇਟੇ ਆਹ ਕਰ ਲੈ। ਇਸ ਕਰਕੇ ਬੱਚਿਆਂ ਦੀ ਤਰ੍ਹਾਂ ਹੈ ਬਿਲਕੁਲ। ਅਮਰੀਕਾ ਤੋਂ ਫੋਨ ਆਉਂਦੇ, ਸਭ ਤੋਂ ਪਹਿਲਾਂ ਇਹ ਪੁੱਛਦੇ ਨੇ ਰੇਖਾ ਦਾ ਕੀ ਹਾਲ ਹੈ। ਅਸੀਂ ਰੇਖਾ ਕਹਿੰਦੇ ਹਾਂ ਉਹਨੂੰ। ਜੀ, ਘਰੇ ਨਾਮ ਰੇਖਾ ਹੈ। ਹਾਂ, ਰੇਖਾ ਕਿੱਥੇ ਹੈ? ਰੇਖਾ ਦਾ ਕੀ ਹਾਲ ਹੈ? ਰੁਦਰ ਦਾ ਕੀ ਹਾਲ ਹੈ? ਠੀਕ ਹੈ, ਵਧੀਆ। ਦੇ ਆਰ ਵੈਰੀ ਹੈਪੀ, ਆਵਰ ਚਿਲਡਰਨ ਆਰ ਵੈਰੀ ਹੈਪੀ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਔਰ ਜਿਹੜਾ ਤੁਸੀਂ ਇੱਕ ਕਦਮ ਚੁੱਕਿਆ, ਮੈਂ ਸੋਚਦਾ ਕਿ ਇਹ ਬਹੁਤ ਹੀ ਵਧੀਆ, ਤੇ ਇਸ ਦੇ ਨਾਲ ਹੀ ਨਾਲ ਸਮਾਜ ਦੇ ਵਿੱਚ ਬੜੇ ਲੋਕਾਂ ਨੂੰ ਸੇਧ ਮਿਲੇਗੀ। ਇੱਕ ਕਦਮ ਦੇ ਨਾਲ ਪਤਾ ਨਹੀਂ ਕਿੰਨੇ ਕਦਮ ਮਿਲਣਗੇ ਤੇ ਇੱਕ ਮਾਰਚ ਬਣੇਗਾ ਵੱਡਾ। ਸੋ ਸਾਡੇ ਸਮਾਜ 'ਚ ਇਹ ਕਮਜ਼ੋਰੀ ਹੈ, ਦੇ ਓਨਲੀ ਵਾਂਟ ਯੂ ਟੂ ਇਨੀਸ਼ੀਏਟ, ਨੋਬਡੀ ਲਾਈਕਸ ਟੂ ਟੇਕ ਦਾ ਇਨੀਸ਼ੀਏਟਿਵ। ਵਨਸ ਯੂ ਸਟਾਰਟ ਥਿੰਗਸ ਪੀਪਲ ਫੋਲੋ, ਇਫ ਯੂ ਡੋਂਟ ਸਟਾਰਟ ਥਿੰਗਸ ਰਿਮੇਨ ਐਜ਼ ਦੇਅਰ ਆਰ। ਇਸ ਕਰਕੇ ਅਸੀਂ ਬਹੁਤ ਸੋਚ ਸਮਝ ਕੇ ਸਟੈਪ ਚੁੱਕਿਆ, ਬਹੁਤ ਕੋਸ਼ਿਸ਼ਾਂ ਕੀਤੀਆਂ, ਨਹੀਂ ਹੋਇਆ। ਹੁਣ ਦਿਸ ਇਜ਼ ਦੀ ਨੈਕਸਟ ਸਟੈਪ ਕਿ ਐਂ ਹੋ, ਪਹਿਲਾਂ ਆਪ ਦਾਰੂ ਛੱਡੋ, ਫਿਰ ਲੋਕ ਛੱਡਣਗੇ, ਅਦਰਵਾਈਜ਼ ਨਹੀਂ ਛੱਡਣਗੇ। ਬਿਲਕੁਲ। ਔਰ ਮੇਰੇ ਖਿਆਲ ਨਾਲ ਤੁਹਾਡੇ ਨਾਮ ਨੂੰ ਵੀ ਇਹ ਚੀਜ਼ ਕੰਪਲੀਮੈਂਟ ਕਰਦੀ ਹੈ, ਜਿਵੇਂ ਕਿ ਅਸੀਂ ਪਹਿਲਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਦਲਬਾਰਾ ਸਿੰਘ, ਤੋਂ ਉਹਦਾ ਜਿਹੜਾ ਮਤਲਬ ਹੈਗਾ, ਮੈਂ ਉਹ ਚਾਹਾਂਗਾ ਕਿ ਤੁਸੀਂ ਉਹ ਵੀ ਦੱਸੋ। ਔਰ ਇਹ ਨਾਮ ਤੁਹਾਨੂੰ ਕਿਵੇਂ ਮਿਲਿਆ? ਇਹ ਮੇਰਾ ਨਾਮ, ਮੈਂ ਤਾਂ ਪਬਲਿਕ ਸਰਵਿਸ ਕਮਿਸ਼ਨ ਵਾਲਿਆਂ ਨੇ ਵੀ ਪੁੱਛਿਆ ਸੀ ਜੀ ਵੀ ਇਹ ਸਾਨੂੰ ਦਲਬਾਰਾ ਸਿੰਘ ਦਾ ਕੀ ਮਤਲਬ ਹੈ ਜੀ। ਮੈਂ ਕਿਹਾ ਜੀ ਇਹਦਾ ਬੜਾ ਡੀਪ ਮਤਲਬ ਹੈ, ਮੇਰੀ ਦਾਦੀ ਨੇ ਰੱਖਿਆ ਸੀ। ਔਰ ਇਹਦਾ ਮਤਲਬ ਇਹ ਹੈ ਦਲ ਮੀਨਸ ਯੂਰ ਪਾਰਟੀ, ਜੋ ਤੁਹਾਡਾ ਦਲ ਹੈ। 12 ਜਿਹੜਾ ਬੰਦਾ ਆਪਣੇ ਆਪ ਨੂੰ ਦਲ ਤੋਂ ਕੁਰਬਾਨ ਕਰ ਦੇਵੇ, ਕੀ ਬਾਤ ਹੈ, ਉਹ ਬੰਦਾ ਦਲਬਾਰਾ ਹੈ। ਕੀ ਬਾਤ ਹੈ। ਸੋ ਇਸੇ ਤਰੀਕੇ ਦਾ ਤੁਸੀਂ ਇੱਕ ਕਦਮ ਚੁੱਕਿਆ, ਸੋ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਇਸ ਦੇ ਲਈ। ਲਾਈਫ 'ਚ ਕੁਰਬਾਨ ਕੀਤਾ ਆਪਣੇ ਆਪ ਨੂੰ ਬੜੀਆਂ। ਤੁਸੀਂ ਇੱਕ ਟਾਈਮ ਇਹੋ ਜਿਹਾ ਆਇਆ ਸੀ, ਮੇਰਾ ਨਾਂ ਪਾਰਟੀ ਵਾਲਿਆਂ ਨੇ, CPA ਵਾਲਿਆਂ ਨੇ ਰਾਜਪੁਰੇ ਤੋਂ MLA ਲਈ ਕੀਤਾ, CPM CPA ਸਾਰੇ ਰਾਜ਼ੀ ਹੋ ਗਏ। ਇੱਥੋਂ ਚੰਡੀਗੜ੍ਹ ਤੋਂ ਇਹਨਾਂ ਨੇ ਰੱਦ ਕਰਤਾ, ਵੇਰੀਅਸ ਰੀਜ਼ਨਸ। ਰੱਦ ਕਰਨ ਤੋਂ ਬਾਅਦ ਉਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਹੁੰਦਾ ਸੀ। ਗਿਆਨੀ ਜ਼ੈਲ ਸਿੰਘ ਔਰ ਜਿਹੜਾ ਹੈਗਾ ਹੰਸਰਾਜ ਸ਼ਰਮਾ, ਇਹ ਦੋਵੇਂ ਜਣੇ ਮੇਰੇ ਘਰ ਰਾਜਪੁਰੇ ਗਏ ਔਰ ਜਿਵੇਂ ਐ ਮੰਜੇ ਤੇ ਬੈਠੇ ਮੇਰੇ, ਮੈਨੂੰ ਕਹਿੰਦੇ ਤੂੰ ਚੱਲ ਫਾਰਮ ਭਰ ਸਾਡਾ। ਅਸੀਂ ਗਿਆਨੀ ਕਹਿੰਦਾ ਕੁੱਤੇ ਦਾ ਪੁੱਤਰ ਮੈਂ ਤੈਨੂੰ ਚੀਫ ਮਿਨਿਸਟਰ ਬਣਾਵਾਂ। ਮੈਂ ਕਿਹਾ ਗਿਆਨੀ ਜੀ ਚੀਫ ਮਿਨਿਸਟਰ ਤਾਂ ਮੈਂ ਬਣ ਗਿਆ ਅੱਜ, ਤੁਸੀਂ ਮੈਨੂੰ ਕੀ ਬਣਾਓਗੇ? ਮੈਂ ਬਣ ਗਿਆ ਚੀਫ ਮਿਨਿਸਟਰ, ਮੇਰੇ ਮੰਜੇ ਤੇ ਬੈਠਾ, ਔਰ ਇਹਦੀ ਚੀਫ ਮਿਨਿਸਟਰ ਕੀ ਬਣਾ ਦੋਗੇ ਤੁਸੀਂ ਮੈਨੂੰ? ਇਸ ਕਰਕੇ ਇਹ ਬੰਦਾ ਕੋਈ ਫਾਰਮ ਨਹੀਂ ਭਰੇਗਾ, ਜੋ ਪਾਰਟੀ ਕਹੇਗੀ ਉਹ ਕਹੇਗਾ। ਇਹ ਆਪਣਾ ਨਾਂ ਸਿੱਧ ਕੀਤਾ ਵੀ ਦਲਬਾਰਾ ਦਾ ਮੈਂ ਨਾ ਇਹ ਹੁੰਦਾ। ਕੀ ਬਾਤ ਜੀ, ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਔਰ ਉਸ ਦੇ ਨਾਲ ਹੀ ਜਿਵੇਂ ਕਿ ਮੈਂ ਕਿਹਾ ਕਿ ਤੁਸੀਂ ਇੱਕ ਪਹਿਲ ਕਦਮੀ ਕੀਤੀ ਹੈ, ਸੋ ਇਸ ਦੇ ਨਾਲ ਹੀ ਬਹੁਤ ਸਾਰੇ ਕਦਮ ਜੁੜਨਗੇ ਔਰ ਇਹ ਮੁਹਿੰਮ ਜਿਹੜੀ ਅੱਗੇ ਵੀ ਵਧੇਗੀ। ਸੋ ਤੁਸੀਂ ਵਧਾਈ ਦੇ ਪਾਤਰ ਬਣਦੇ ਹੋ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਵੱਡੀ ਆਸ ਨਾਲ ਕੀਤਾ ਹੈ ਵੀ ਲੋਕ ਸਮਝਣਗੇ ਹੁਣ, ਕਿਉਂਕਿ ਐਂ ਵੀ ਜਦੋਂ ਇੱਕ ਬਾਬੇ ਕੋਲ ਜਾਂਦੀ ਸੀ ਲੇਡੀ ਆਪਣੇ ਮੁੰਡੇ ਨੂੰ ਲੈ ਕੇ ਕਿ ਜੀ ਇਹਨੂੰ ਕਹੋ ਗੁੜ ਨਾ ਖਾਵੇ, ਕਹਿੰਦੀ ਮਹੀਨੇ ਨੂੰ ਆਈ ਬੱਚੇ। ਉਹ ਮਹੀਨੇ ਨੂੰ ਆਈ ਆ ਕੇ ਕਹਿੰਦਾ ਕਿੱਥੇ ਆ ਬਾਲਕ, ਕਹਿੰਦੀ ਜਾ ਬੇਟਾ, ਕਹਿੰਦਾ ਬੇਟੇ ਗੁੜ ਨਾ ਖਾਈ, ਜਾ ਲੈ ਜਾ। ਕਹਿੰਦੀ ਉਦੋਂ ਨਹੀਂ ਸੀ ਕਿਹਾ ਜਾਂਦਾ, ਕਹਿੰਦਾ ਉਦੋਂ ਮੈਂ ਵੀ ਖਾਂਦਾ ਸੀ। ਕੀ ਬਾਤ ਹੈ ਜੀ।